ਜਨਮ ਮਰਨ ਦੁਖ ਹੋਵੈ ਸਿਫਤ ਖਸਮ। ਨੂਰ ਅਰਸੋਂ ਕੁਰਸੋਂ ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੇ ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵਡਹੰਸ ਮਹਲਾ ਤੀਜਾ। ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੇ ਇਕ ਠਾਏ। ਹਉਮੈ ਵਿੱਚ ਸੇਵਾ ਨਾ ਹੋਵੇ, ਤਾਂ ਮਨ ਬਿਰਥਾ ਜਾਏ। ਹਰ ਚੇਤ ਮਨ ਮੇਰੇ, ਤੂੰ ਗੁਰ ਕਾ ਸ਼ਬਦ ਕਮਾਏ। ਹੁਕਮ ਮੰਨੈ ਤਾਂ ਹਰ ਮਿਲੈ, ਤਾਂ ਵਿੱਚੋਂ ਹਉਮੈ ਜਾਏ। ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੇ ਇਕ ਠਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਿਰਪਾ ਨਿਧਾਨ, 10 ਪਾਤਸ਼ਾਹੀਆਂ ਦੇ ਆਤਮਿਕ ਸਰੂਪ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਆਂ ਨੇ ਅੰਮ੍ਰਿਤ ਵੇਲੇ ਦਾ ਇਹ ਸੁਭਾਗ ਸਮਾਂ ਆਪਾਂ ਨੂੰ ਬਖਸ਼ਿਸ਼ ਕੀਤਾ। ਗੁਰਬਾਣੀ ਦੇ ਕੀਰਤਨ ਆਪ ਸੰਗਤਾਂ ਨੇ ਗੁਰੂ ਪਾਤਸ਼ਾਹ ਦੇ ਵਰੋਸਾਏ ਹੋਏ ਗੁਰਮੁਖਾਂ ਦੀ ਰਸਨਾ ਤੋਂ ਆਸਾ ਦੀ ਵਾਰ ਆਪ ਸੰਗਤਾਂ ਨੇ ਸਰਵਣ ਕੀਤੀ ਹੈ। ਇਸ ਵੇਲੇ ਆਪਾਂ ਲੜੀਵਾਰ ਗੁਰਬਾਣੀ ਦੀ ਕਥਾ ਜੋ ਸਤਿਗੁਰੂ ਜੀ ਅੱਜ ਸਾਨੂੰ 560 ਅੰਗ ਦੇ ਉੱਪਰ ਇਹ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਤੇ ਇਸ ਨੂੰ ਸਰਵਣ ਕਰਨ ਵਾਸਤੇ ਇਕੱਤਰਤ ਹੋਏ ਹਾਂ। ਆਓ ਆਪਣੇ ਮਨ ਦੇ ਧਿਆਨ ਨੂੰ ਟਿਕਾਈਏ, ਬੜੀ ਭਾਵਨਾ ਨਾਲ ਸ਼ਰਧਾ ਨਾਲ ਸਤਿਗੁਰਾਂ ਦੇ ਅਮੋਲਕ ਬਚਨ ਜਿਹੜੇ ਨੇ ਉਹਨਾਂ ਨੂੰ ਸਰਵਣ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵਡਹੰਸ ਮਹਲਾ ਤੀਜਾ। ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀਆਂ ਦਾ ਇਹ ਸ਼ਬਦ ਆਪਾਂ ਸਰਵਣ ਕਰ ਰਹੇ ਹਾਂ। ਸਤਿਗੁਰੂ ਜੀ ਵਡਹੰਸ ਰਾਗ ਦੇ ਅੰਦਰ ਗੁਰੂ ਅਮਰਦਾਸ ਪਾਤਸ਼ਾਹ ਜੀ ਫਰਮਾਉਂਦੇ ਹਨ, ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੇ ਇਕ ਠਾਏ। ਸਤਿਗੁਰੂ ਜੀ ਫਰਮਾਉਂਦੇ ਨੇ ਹਉਮੈ ਤੋਂ ਭਾਵ ਹੰਕਾਰ। ਹੰਕਾਰ ਦਾ ਨਾਮ ਦੇ ਨਾਲ ਵਿਰੋਧ ਹੈ। ਇੱਕ ਦੂਜੇ ਦੇ ਹੰਕਾਰ ਨੂੰ ਆਪਾਂ ਨਾਮ ਦਾ ਦੁਸ਼ਮਣ ਕਹਿ ਸਕਦੇ ਹਾਂ। ਸਤਿਗੁਰੂ ਫਰਮਾਉਂਦੇ ਨੇ ਹਉਮੈ ਜੋ ਹੰਕਾਰ ਹੈ, ਇਸ ਹੰਕਾਰ ਦਾ ਨਾਵੈ ਨਾਲ ਵਿਰੋਧ ਹੈ, ਨਾਮ ਦੇ ਨਾਲ ਬੜਾ ਭਾਰੀ ਵਿਰੋਧ ਹੈ। ਜਿੱਥੇ ਹੰਕਾਰ ਆ ਗਿਆ ਉੱਥੇ ਨਾਮ ਨਹੀਂ ਵਸੇਗਾ, ਜਿੱਥੇ ਨਾਮ ਵਸ ਗਿਆ ਉੱਥੇ ਹੰਕਾਰ ਨਹੀਂ ਆਵੇਗਾ। ਸਤਿਗੁਰੂ ਫਰਮਾਉਂਦੇ ਦੋਏ ਨਾ ਵਸੈ ਇਕ ਠਾਏ। ਇੱਕ ਅੰਤੈ ਕਰਨਾ ਨਾ ਸਾਡਾ ਹਿਰਦਾ, ਹਿਰਦੇ ਵਿੱਚ ਇੱਕ ਚੀਜ਼ ਹੀ ਖਲੋ ਸਕਦੀ ਹੈ। ਜੇ ਤੇ ਨਾਮ ਨੂੰ ਟਿਕਾ ਲਵੇਂਗਾ ਤੇ ਹੰਕਾਰ ਨਹੀਂ ਆਵੇਗਾ, ਨਿਮਰਤਾ ਆ ਜਾਵੇਗੀ। ਨਿਮਰਤਾ ਵੀ ਐਸੀ ਆਏਗੀ, ਨਾਨਕ ਦਾਸ ਇਹ ਹੈ ਸੁਖ ਮੰਗੈ ਮੋਕੋ ਕਰ, ਸੰਤਨ ਕੀ ਧੂਰੇ। ਇਹ ਨਿਮਰਤਾ ਭਾਵ ਆ ਜਾਏਗਾ, ਆਪਣੇ ਆਪ ਨੂੰ ਚਰਨ ਧੂੜੀ ਸਮਝ ਲਵੇਂਗਾ। ਮੇਰੀ ਖੱਲੋ ਮੌਜੜੇ ਗੁਰਸਿੱਖ ਹਟਾ ਦੇ, ਐਸੀ ਅਵਸਥਾ ਬਣ ਜਾਏਗੀ। ਕਬੀਰ ਸਾਹਿਬ ਜੀ ਨੇ ਬਚਨ ਲਿਖਿਆ ਨਾ ਗੁਰਬਾਣੀ ਦੇ ਅੰਦਰ, ਕਹਿਣ ਲੱਗੇ ਭਾਈ ਸਾਡੇ ਸਰੀਰ ਦੀ ਜਿਹੜੀ ਸੁਆਹ ਹੈ ਨਾ, ਸਾਡਾ ਸਰੀਰ ਜਿਹੜਾ ਹੈ ਨਾ
ਇਸ ਤਰ੍ਹਾਂ ਦਾ ਬਣ ਜਾਵੇ, ਸਾਧੂਆਂ ਦੀ ਚਰਨਾਂ ਦੀ ਧੂੜੀ ਹੋ ਜਾਵੇ। ਇਹ ਉਹਨਾਂ ਵਿੱਚ ਨਿਮਰਤਾ ਹੈ ਜਿਨ੍ਹਾਂ ਨੇ ਅੰਤःਕਰਨ ਵਿੱਚ ਨਾਮ ਵਸਾਇਆ ਹੈ। ਪਰ ਜਿਨ੍ਹਾਂ ਦੇ ਅੰਤःਕਰਨ ਹਿਰਦੇ ਵਿੱਚ ਹੰਕਾਰ ਵਸਿਆ ਹੈ, ਹੰਕਾਰ ਵਾਲਿਆਂ ਦੇ ਕੋਲ ਨਾਮ ਨਹੀਂ ਹੈ, ਕੇਵਲ ਮਾਨ ਹੀ ਹੈ, ਕੇਵਲ ਹੰਕਾਰ ਹੀ ਹੈ। ਅਤੇ ਹੰਕਾਰ ਦੇ ਵਿੱਚ ਆ ਕੇ ਉਹਨਾਂ ਨੇ ਕਿਸ ਤਰ੍ਹਾਂ ਦੇ ਬਚਨ ਕੀਤੇ, ਕੀ ਕੀਤਾ, ਇਹ ਆਪਾਂ ਨੂੰ ਇਤਿਹਾਸ ਦੀਆਂ ਕਈ ਸਾਖੀਆਂ ਜਿਹੜੀਆਂ ਨੇ ਉਹ ਸਮਝਾਉਂਦੀਆਂ ਨੇ ਕਿ ਹੰਕਾਰ ਨੇ ਨਾਮ ਨੂੰ ਨੇੜੇ ਨਹੀਂ ਆਉਣ ਦਿੱਤਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਵੱਡੇ ਭਰਾ ਸਨ ਬਾਬਾ ਪ੍ਰਿਥੀ ਚੰਦ ਜੀ। ਗੁਰੂ ਰਾਮਦਾਸ ਮਹਾਰਾਜ ਦੇ ਹੁੰਦਿਆਂ ਸਾਰੀ ਮਾਇਆ ਦਾ ਪ੍ਰਬੰਧ ਬਾਬਾ ਪ੍ਰਿਥੀ ਚੰਦ ਸਾਂਭਦੇ। ਮਾਇਆ ਹੋਣ ਕਰਕੇ, ਪ੍ਰਬੰਧ ਕੋਲ ਹੋਣ ਕਰਕੇ ਸਰਕਾਰੇ ਦਰਬਾਰੇ ਵੱਡੇ ਵੱਡੇ ਵਜ਼ੀਰਾਂ ਦੇ ਨਾਲ, ਮੰਤਰੀਆਂ ਦੇ ਨਾਲ, ਅਫਸਰਾਂ ਦੇ ਨਾਲ ਮਿਲਣਾ ਜੁਲਣਾ ਹੁੰਦਾ। ਅਤੇ ਮਾਣ ਇੰਨਾ ਆ ਗਿਆ ਮਨ ਦੇ ਵਿੱਚ, ਹੰਕਾਰ ਇੰਨਾ ਆ ਗਿਆ ਵੀ ਹੁਣ ਮੈਂ ਜੋ ਚਾਹਵਾਂ ਉਹ ਕਰ ਸਕਦਾ ਹਾਂ। ਮੇਰੇ ਕੋਲ ਸਰਕਾਰੀ ਪਹੁੰਚ ਵੀ ਹੈ, ਮੇਰੇ ਕੋਲ ਮਾਇਆ ਵੀ ਹੈ। ਅਤੇ ਜਿਸ ਵੇਲੇ ਗੁਰੂ ਰਾਮਦਾਸ ਮਹਾਰਾਜ ਜੀ ਗੁਰਤਾ ਗੱਦੀ ਦੇਣ ਲੱਗੇ ਨਾ ਗੁਰੂ ਅਰਜਨ ਸਾਹਿਬ ਜੀਆਂ ਨੂੰ, ਅਤੇ ਪ੍ਰਿਥੀ ਚੰਦ ਨੇ ਵਿਰੋਧ ਕੀਤਾ, ਝਗੜਾ ਕੀਤਾ। ਇਹ ਮੇਰੇ ਨਾਲ ਬੇਇਨਸਾਫੀ ਹੋ ਰਹੀ ਹੈ, ਧੱਕਾ ਹੋ ਰਿਹਾ ਹੈ, ਮੈਂ ਵੱਡਾ ਹਾਂ, ਇਹ ਮੈਨੂੰ ਮਿਲਣੀ ਚਾਹੀਦੀ ਹੈ, ਵੱਡੇ ਦਾ ਹੱਕ ਇਹਦੇ ਉੱਪਰ ਹੈ। ਅਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ, ਪ੍ਰਿਥੀ ਚੰਦ ਪਿੱਛੋਂ ਤੋਂ ਲੈ ਕੇ ਵੇਖ, ਵੱਡੇ ਤਾਂ ਬਾਬਾ ਸ਼੍ਰੀ ਚੰਦ ਵੀ ਸਨ, ਪਰ ਗੁਰੂ ਨਾਨਕ ਸਾਹਿਬ ਨੇ ਦਾਸ ਨੂੰ ਸੇਵਾ ਦਿੱਤੀ ਹੈ। ਵੱਡੇ ਤੇ ਬਾਬਾ ਦਾਤੂ ਜੀ ਸਨ, ਪਰ ਗੁਰੂ ਅੰਗਦ ਸਾਹਿਬ ਨੇ ਸੇਵਾ ਗੁਰੂ ਅਮਰਦਾਸ ਜੀਆਂ ਨੂੰ ਦਿੱਤੀ ਹੈ। ਅਤੇ ਪ੍ਰਿਥੀ ਚੰਦ ਵੱਡੇ ਤੇ ਤੇਰੇ ਮਾਮਾ ਮੋਹਨ ਜੀ ਸਨ, ਪਰ ਗੁਰੂ ਅਮਰਦਾਸ ਨੇ ਬਾਬਾ ਮੋਹਨ ਨੂੰ ਛੱਡ ਕੇ ਦਾਤ ਸਾਨੂੰ ਦਿੱਤੀ ਹੈ, ਸੇਵਾਦਾਰ ਨੂੰ ਦਿੱਤੀ ਹੈ। ਤੈਨੂੰ ਪਿਛਲੀਆਂ 4 ਪੀੜ੍ਹੀਆਂ ਤੋਂ 3 ਪੀੜ੍ਹੀਆਂ ਤੋਂ ਇਸ ਗੱਲ ਦਾ ਪਤਾ ਨਹੀਂ ਲੱਗਾ ਵੀ ਇਹ ਦਾਤ ਵੱਡੇ ਛੋਟੇ ਦੀ ਨਹੀਂ, ਇਹ ਦਾਤ ਤੇ ਸੇਵਾਦਾਰ ਦੀ ਹੈ ਜਿਹਨੇ ਬਚਨ ਮੰਨਣਾ ਹੈ। ਗੁਰੂ ਰਾਮਦਾਸ ਮਹਾਰਾਜ ਦੇ ਬਚਨ ਸੁਣ ਕੇ ਪ੍ਰਿਥੀ ਚੰਦ ਬੜਾ ਗੁੱਸੇ ਵਿੱਚ ਆ ਕੇ ਕਹਿਣ ਲੱਗਾ, ਕਹਿੰਦਾ ਫਿਰ ਕੀ ਹੋਇਆ ਜੇ ਤੁਸੀਂ ਬਦੋ ਬਦੀ ਧੱਕੇ ਨਾਲ ਗੁਰਤਾ ਗੱਦੀ ਗੁਰੂ ਅਰਜਨ ਸਾਹਿਬ ਨੂੰ ਦੇ ਦੇਵੋਗੇ? ਤੁਸੀਂ ਤੇ ਸਦਾ ਸਰੀਰ ਕਰਕੇ ਰਹਿਣਾ ਨਹੀਂ। ਮੇਰੇ ਕੋਲ ਮਾਇਆ ਇੰਨੀ ਹੈ, ਮੇਰੇ ਕੋਲ ਧਨ ਇੰਨਾ ਹੈ, ਮੇਰੇ ਕੋਲ ਪਹੁੰਚ ਇੰਨੀ ਹੈ, ਮੈਂ ਗੁਰਤਾ ਗੱਦੀ ਇਹਨਾਂ ਕੋਲੋਂ ਖੋਹ ਲਵਾਂਗਾ। ਐਸੇ ਬਚਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਸਾਹਮਣੇ ਆਖੇ ਪ੍ਰਿਥੀ ਚੰਦ ਨੇ। ਅਤੇ ਫਿਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਗੁਰਤਾ ਗੱਦੀ 'ਤੇ ਬੈਠੇ ਅਤੇ ਪ੍ਰਿਥੀ ਚੰਦ ਵਿਰੋਧ ਹੀ ਕਰਦਾ ਰਿਹਾ, ਕਦੇ ਕਿਸੇ ਨੂੰ ਲੈ ਆਵੇ, ਕਦੇ ਕਿਸੇ ਨੂੰ ਲੈ ਆਵੇ, ਕਦੇ ਸੰਗਤ ਨੂੰ ਰੋਕ ਲਿਆ ਕਰੇ, ਕਦੇ ਲੋਕਾਂ ਨੂੰ ਗਲਤ ਪ੍ਰਚਾਰਿਆ ਕਰੇ। ਯਤਨ ਬੜੇ ਕੀਤੇ, ਪਰ ਨਾਮ ਜਪਣ ਵਾਲਿਆਂ ਦੇ ਅੱਗੇ ਸੰਸਾਰੀ ਯਤਨ ਕਾਮਯਾਬ ਨਹੀਂ ਹੁੰਦੇ। ਮਨ ਵਿੱਚ ਹੰਕਾਰ ਸੀ ਵੀ ਮੈਂ ਪੈਸੇ ਦੇ ਬਲ 'ਤੇ, ਆਪਣੀ ਸਰਕਾਰੀ ਪਹੁੰਚ ਦੇ ਬਲ 'ਤੇ ਮੈਂ ਗੁਰਤਾ ਗੱਦੀ ਖੋਹ ਲਵਾਂਗਾ, ਮੈਂ 5ਵੀਂ ਥਾਂ 'ਤੇ ਗੁਰੂ ਪ੍ਰਸਿੱਧ ਹੋਵਾਂਗਾ। ਇੱਥੇ ਹੀ ਬਸ ਨਹੀਂ, ਗੁਰਮੁਖੋ ਜਿਵੇਂ ਹਰਿਮੰਦਰ ਸਾਹਿਬ ਬਣਿਆ ਨਾ, ਇਸੇ ਤਰ੍ਹਾਂ ਪ੍ਰਿਥੀ ਚੰਦ ਨੇ ਆਪਣਾ ਹਰਿਮੰਦਰ ਸਾਹਿਬ ਬਣਾਇਆ, ਸਰੋਵਰ ਬਣਾਇਆ, ਸਰੋਵਰ ਦੇ ਵਿੱਚ ਸੁੰਦਰ ਮਕਾਨ ਤਿਆਰ ਕਰਵਾਇਆ, ਉਹਦੇ ਵਿੱਚ ਆਪ ਵੀ ਬੈਠਦਾ, ਸੰਗਤਾਂ ਨੂੰ ਕਹਿੰਦਾ ਮੇਰੇ ਕੋਲ ਆਓ। ਹਰਿਮੰਦਰ ਸਾਹਿਬ ਵਰਗਾ ਹਰਿਮੰਦਰ ਸਾਹਿਬ ਵੀ ਬਣਾ ਕੇ ਬੈਠ ਗਿਆ। ਪਰ ਗੁਰਤਾ ਗੱਦੀ 'ਤੇ ਪ੍ਰਗਟ ਨਹੀਂ ਹੋ ਸਕਿਆ, ਪ੍ਰਾਪਤ ਨਹੀਂ ਕਰ ਸਕਿਆ। ਯਤਨ ਬੜੇ ਕੀਤੇ। ਸਤਿਗੁਰੂ ਬਚਨ ਕਰਦੇ ਨੇ, ਕਹਿਣ ਲੱਗੇ ਭਾਈ ਜਿਨ੍ਹਾਂ ਦੇ ਮਨ ਵਿੱਚ ਹੰਕਾਰ ਹੈ ਨਾ, ਉਹਨਾਂ ਨੇ ਤੇ ਗੁਰੂ ਨੂੰ ਗੁਰੂ ਨਹੀਂ ਜਾਣਿਆ। ਗੁਰੂ ਰਾਮਦਾਸ ਮਹਾਰਾਜ ਦੇ ਨਾਲ ਮੱਥਾ ਲਾ ਲਿਆ ਪ੍ਰਿਥੀ ਚੰਦ ਨੇ, ਗੁਰੂ ਅਰਜਨ ਸਾਹਿਬ ਦੇ ਨਾਲ ਮੱਥਾ ਲਾ ਲਿਆ, ਅਤੇ ਕਈ ਤਰ੍ਹਾਂ ਦੇ ਝਗੜੇ ਤੇ ਕਲੇਸ਼ ਕੀਤੇ, ਪਰ ਪ੍ਰਾਪਤੀ ਕੋਈ ਨਹੀਂ ਹੋਈ ਹੈ। ਇਹ ਹੰਕਾਰੀਆਂ ਦੀ ਸਮੱਸਿਆ ਹੈ, ਇਹ ਹੰਕਾਰੀਆਂ ਦੀ ਜੀਵਨੀ ਹੈ ਜਿਹੜੀ ਆਪਾਂ ਸਰਵਣ ਕੀਤੀ ਹੈ। ਪਾਤਸ਼ਾਹ ਕਹਿਣ ਲੱਗੇ ਹਉਮੈ ਨਾਵੈ ਨਾਲ ਵਿਰੋਧ ਹੈ, ਹੰਕਾਰ ਦਾ ਨਾਮ ਦੇ ਨਾਲ ਵਿਰੋਧ ਹੈ। ਦੋਏ ਨਾ ਵਸੈ ਇੱਕ ਠਾਏ, ਦੋ ਚੀਜ਼ਾਂ ਇੱਕ ਥਾਂ 'ਤੇ ਨਹੀਂ ਰਹਿਣਗੀਆਂ। ਇੱਕ ਮਿਆਨ ਦੇ ਵਿੱਚ 2 ਤਲਵਾਰਾਂ ਨਹੀਂ ਪੈਣਗੀਆਂ। ਜਿੱਥੇ ਹੰਕਾਰ ਹੈ ਉੱਥੇ ਨਾਮ ਨਹੀਂ ਵਸੇਗਾ, ਉੱਥੇ ਸੇਵਾ ਨਹੀਂ ਹੋਏਗੀ, ਅਤੇ ਜਿੱਥੇ ਨਾਮ ਵਸਿਆ ਉੱਥੇ ਹੰਕਾਰ ਨਹੀਂ ਰਹਿੰਦਾ। ਐਸੀਆਂ ਦਾਤਾਂ ਮਿਲਦੀਆਂ ਹਨ। ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥਾ ਜਾਏ। ਹੰਕਾਰ ਦੇ ਵਿੱਚ ਸੇਵਾ ਨਹੀਂ ਹੁੰਦੀ ਹੈ। ਹੰਕਾਰੀ ਜਿਹੜਾ ਬੰਦਾ ਹੈ ਨਾ, ਹਉਮੈ ਵਾਲਾ, ਉਹ ਕਦੇ ਸੇਵਾ ਨਹੀਂ ਕਰ ਪਾਏਗਾ। ਉਹਨੂੰ ਮਾਣ ਹੈ ਮੇਰੇ ਵੱਡੇ ਪੁਣੇ ਦਾ, ਮੈਂ ਵੱਡਾ ਹਾਂ,
ਤੇ ਜੇ ਕਿਤੇ ਸੇਵਾ ਕਰਨੀ ਵੀ ਪਈ ਨਾ ਤੇ ਉਹ ਸੇਵਾ ਦੁਨੀਆ ਨੂੰ ਵਿਖਾਏਗਾ, ਵੀ ਦੁਨੀਆ ਵੇਖੇ ਵੀ ਮੈਂ ਸੇਵਾ ਕਰਦਾ। ਅੱਜ ਆਪਾਂ ਵੇਖਦੇ ਨਾ ਵੱਡੇ ਵੱਡੇ ਲੀਡਰ ਜਾਂ ਵੱਡੇ ਆਦਮੀ ਜਿਹੜੇ ਨਾਮਵਰ ਨੇ, ਜੇ ਕਿਤੇ ਸੇਵਾ ਕਰਨ ਵੀ ਲੱਗ ਪੈਣ ਨਾਲ ਮੀਡੀਆ ਲੈ ਕੇ ਜਾਣਗੇ। ਤੁਸੀਂ ਫੋਟੋ ਖਿੱਚ ਕੇ ਵੀਡੀਓ ਬਣਾ ਕੇ ਦੁਨੀਆ ਨੂੰ ਦੱਸੋ ਮੈਂ ਸੇਵਾ ਕਰਨ ਆਇਆ। ਹੰਕਾਰ ਇਸ ਗੱਲ ਦਾ ਵੀ ਮੈਂ ਵੱਡਾ ਹਾਂ, ਮੈਂ ਸੇਵਾ ਕਰਦਾ ਪਿਆ। ਤੇ ਪਾਤਸ਼ਾਹ ਕਹਿਣ ਲੱਗੇ ਭਾਈ ਉਹ ਸੇਵਾ ਕਾਹਦੀ ਸੇਵਾ ਜਿਹੜੀ ਦੁਨੀਆ ਨੂੰ ਵਿਖਾਈ ਜਾ ਰਹੀ ਹੈ। ਸੇਵਾ ਤੇ ਉਹ ਹੈ ਜਿਹੜੀ ਗੁਪਤ ਰੂਪ ਦੇ ਵਿੱਚ ਕੀਤੀ ਜਾਏ। ਹਉਮੈ ਵਿੱਚ ਸੇਵਾ ਨਾ ਹੋਵੇ, ਹਉਮੈ ਵਿੱਚ ਸੇਵਾ ਨਹੀਂ ਹੁੰਦੀ ਹੈ। ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਦੀ ਜਦੋਂ ਗੁਰਤਾ ਗੱਦੀ ਤੇ ਬਿਰਾਜੇ ਸਨ, ਬੈਠੇ ਹੋਏ ਨੇ, ਕਹਿਣ ਲੱਗੇ ਇੱਕ ਬ੍ਰਾਹਮਣ ਦਾ ਪੁੱਤਰ ਚੜ੍ਹਾਈ ਕਰ ਗਿਆ। ਬੜਾ ਵਿਰਲਾਪ ਕੀਤਾ, ਇੱਕੋ ਇੱਕ ਪੁੱਤਰ ਹੈ। ਬ੍ਰਾਹਮਣ ਤੇ ਬ੍ਰਾਹਮਣ ਦੀ ਘਰਵਾਲੀ ਬੜੇ ਦੁਖੀ ਹੋਏ। ਇੰਨਾ ਵਿਰਲਾਪ ਕੀਤਾ, ਇੱਕ ਪੁੱਤਰ ਹੈ ਉਹ ਵੀ ਚੱਲ ਵਸਿਆ, ਹੁਣ ਕੀ ਕਰਾਂਗੇ। ਤੇ ਕਹਿਣ ਲੱਗੇ ਉਸ ਵੇਲੇ ਆਪਣੇ ਪੁੱਤਰ ਨੂੰ, ਮੁਰਦੇ ਨੂੰ ਲੈ ਕੇ ਗੁਰੂ ਹਰਿਰਾਏ ਪਾਤਸ਼ਾਹ ਦੇ ਦਰਬਾਰ ਵਿੱਚ ਆ ਗਏ। ਦਰਵਾਜ਼ੇ ਤੇ ਲਿਆ ਕੇ ਆਪਣੇ ਪੁੱਤਰ ਦਾ ਸਰੀਰ ਰੱਖਿਆ, ਬੇਨਤੀ ਕੀਤੀ ਮਹਾਰਾਜ ਤੁਸੀਂ ਸਮਰੱਥ ਹੋ, ਕਿਰਪਾ ਕਰੋ ਸਾਡੇ ਬੱਚੇ ਨੂੰ ਜੀਵਨ ਦਾਨ ਦੇ ਦਿਓ, ਇਹਨੂੰ ਮੌਤ ਤੋਂ ਬਾਹਰ ਕੱਢ ਕੇ ਜੀਵਨ ਦਾਨ ਦਿਓ। ਤੇ ਗੁਰੂ ਹਰਿਰਾਏ ਪਾਤਸ਼ਾਹ ਕਹਿਣ ਲੱਗੇ ਨਹੀਂ ਭਾਈ, ਇਹ ਤੇ ਅਕਾਲ ਪੁਰਖ ਦੀ ਮੌਜ ਹੈ, ਮਰਨਾ ਰੱਖਣਾ ਉਹਦੀ ਮੌਜ ਹੈ, ਅਸੀਂ ਉਹਦੇ ਹੁਕਮ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰਾਂਗੇ। ਜੇ ਚੱਲ ਵਸਿਆ ਦੀ ਪਰਾ ਲੱਭਦੇ ਨਹੀਂ ਸੀ ਚੱਲ ਵਸਿਆ, ਇਹਨੂੰ ਜੀਵਨ ਦਾਨ ਨਹੀਂ ਦਿੱਤਾ ਜਾ ਸਕਦਾ। ਫਿਰ ਬੇਨਤੀ ਕੀਤੀ ਮਹਾਰਾਜ ਅਸੀਂ ਬੜੀ ਆਸ ਲੈ ਕੇ ਆਏ ਹਾਂ, ਬੜੀ ਭਾਵਨਾ ਨਾਲ ਆਏ ਹਾਂ, ਜੇ ਤੁਸੀਂ ਨਹੀਂ ਕਿਰਪਾ ਕਰੋਗੇ ਤੇ ਕੌਣ ਕਰੇਗਾ। ਦੂਜੀ ਵਾਰੀ ਫਿਰ ਬੜੇ ਤਰਲੇ ਕੀਤੇ, ਮਹਾਰਾਜ ਕਿਰਪਾ ਕਰਕੇ ਕਰ ਦਿਓ ਜਿਉਂਦਾ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਨਹੀਂ ਭਾਈ ਇਹ ਨਹੀਂ ਹੋ ਸਕਦਾ, ਇਹਨੂੰ ਜਿਉਂਦਾ ਨਹੀਂ ਕੀਤਾ ਜਾ ਸਕਦਾ। ਜਦੋਂ ਦੂਜੀ ਵਾਰੀ ਮਹਾਰਾਜ ਨੇ ਜਵਾਬ ਦਿੱਤਾ ਤੇ ਫਿਰ ਮਹਾਰਾਜ ਜੀਆਂ ਦੇ ਚਰਨ ਫੜ ਕੇ ਕਹਿਣ ਲੱਗ ਪਏ, ਰੋ ਰੋ ਕੇ ਕਹਿਣ ਲੱਗ ਪਏ ਨਹੀਂ ਮਹਾਰਾਜ ਤੁਹਾਡੀ ਬੜੀ ਵੱਡੀ ਉਮੀਦ ਆਸ ਲੈ ਕੇ ਆਏ ਹਾਂ, ਆਪ ਜੀ ਨਿਰਾਸ਼ਾ ਨਾ ਮੋੜੋ, ਕਿਰਪਾ ਕਰੋ। ਤੇ ਸਤਿਗੁਰੂ ਹਰਿਰਾਏ ਪਾਤਸ਼ਾਹ ਕਹਿਣ ਲੱਗੇ ਜੇ ਪੁੱਤਰ ਨੂੰ ਜਿਵਾਉਣਾ ਚਾਹੁੰਦੇ ਹੋ ਨਾ ਤੇ ਇਹਦੀ ਥਾਂ ਤੇ ਕਿਸੇ ਹੋਰ ਨੂੰ ਸਰੀਰ ਛੱਡਣਾ ਪਵੇਗਾ। ਮਾਂ ਹੈ, ਬਾਪ ਹੈ, ਰਿਸ਼ਤੇਦਾਰ ਹੈ, ਬੈਠੇ ਹੋਏ ਹੋ ਸਾਰੇ, ਕੋਈ ਜਣਾ ਸਰੀਰ ਛੱਡ ਦਿਓ। ਜਿਹੜਾ ਕੋਈ ਸਰੀਰ ਛੱਡੇਗਾ ਬਾਲਕ ਜਿਉਂਦਾ ਪਵੇਗਾ। ਅਸੀਂ ਬਚਨ ਇਹ ਦਿੰਦੇ ਹਾਂ ਵੀ ਜਿਹੜਾ ਇਹਦੀ ਥਾਂ ਤੇ ਸਰੀਰ ਛੱਡ ਕੇ ਜਾਵੇ ਉਹਨੂੰ ਸੱਚਖੰਡ ਦੀ ਪ੍ਰਾਪਤੀ ਹੋਵੇਗੀ, ਜਮ ਨਹੀਂ ਵੇਖਣੇ ਪੈਣਗੇ। ਜਦੋਂ ਇਹ ਬਚਨ ਸਤਿਗੁਰਾਂ ਦੇ ਮੁਖੋਂ ਨਿਕਲਿਆ ਤੇ ਕਹਿਣ ਲੱਗੇ ਉਸ ਵੇਲੇ ਭਾਈ ਭਗਤੂ ਜੀਆਂ ਦੇ ਪੁੱਤਰ ਜਿਹੜੇ ਸਨ, ਭਾਈ ਗੌਰਾ ਜੀਆਂ ਦੇ ਭਰਾ, ਉਹ ਬੈਠੇ ਸਨ ਗੁਰੂ ਪਾਤਸ਼ਾਹ ਦੇ ਦਰਬਾਰ ਵਿੱਚ। ਜਦੋਂ ਬਚਨ ਮੁਖੋਂ ਨਿਕਲਿਆ ਨਾ ਵੀ ਜਿਹੜਾ ਇਹਦੀ ਥਾਂ ਤੇ ਸਰੀਰ ਛੱਡੇ ਉਹਨੂੰ ਜਮ ਨਹੀਂ ਵੇਖਣੇ ਪੈਣਗੇ, ਮੁਕਤੀ ਦੇਵਾਂਗੇ। ਸੰਗਤ ਵਿੱਚ ਬੈਠੇ ਨੇ, ਮਨੋ ਮਨੋ ਅਰਦਾਸ ਕੀਤੀ, ਮਨੋ ਮਨ ਅਰਦਾਸ ਕਰਕੇ ਮੱਥਾ ਟੇਕਿਆ। ਦੱਸਿਆ ਨਹੀਂ ਮਹਾਰਾਜ ਨੂੰ ਆ ਕੇ ਮਹਾਰਾਜ ਮੈਂ ਸੇਵਾ ਕਰਨ ਚੱਲਿਆ। ਬਾਹਰ ਗਿਆ, ਇਸ਼ਨਾਨ ਕੀਤਾ, ਜਪਜੀ ਸਾਹਿਬ ਦਾ ਪਾਠ ਕੀਤਾ, ਗੁਰੂ ਹਰਿਰਾਏ ਸਾਹਿਬ ਜੀਆਂ ਦਾ ਬਚਨ ਯਾਦ ਕੀਤਾ, ਆਪਣੇ ਸਰੀਰ ਨੂੰ ਤਿਆਗ ਗਿਆ। ਇਧਰੋਂ ਭਾਈ ਭਗਤੂ ਜੀਆਂ ਦੇ ਪੁੱਤਰ ਨੇ ਆਪਣਾ ਸਰੀਰ ਤਿਆਗਿਆ, ਉਧਰੋਂ ਬ੍ਰਾਹਮਣ ਦਾ ਪੁੱਤਰ ਜਿਉਂਦਾ ਹੋ ਗਿਆ। ਸਾਰਿਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਵੀ ਇਹ ਬੜੀ ਕਿਰਪਾ ਹੋਈ ਹੈ। ਮਹਾਰਾਜ ਜਾਣਦੇ ਸਨ। ਸਤਿਗੁਰਾਂ ਨੇ ਪੁੱਛਿਆ, ਕਹਿਣ ਲੱਗੇ ਭਾਈ ਪਤਾ ਕਰੋ ਕਿੰਨੇ ਸਰੀਰ ਛੱਡਿਆ, ਕਿੰਨੇ ਬਚਨ ਮੰਨਿਆ। ਸਿੱਖ ਦੌੜੇ ਬਾਹਰ ਨੂੰ ਗਏ, ਜਾ ਕੇ ਕੀ ਵੇਖਿਆ ਭਾਈ ਭਗਤੂ ਜੀਆਂ ਦੇ ਪੁੱਤਰ ਨੇ ਆਪਣਾ ਸਰੀਰ ਤਿਆਗਿਆ ਹੋਇਆ, ਸਰੀਰ ਤੇ ਚਾਦਰਾ ਲਿਆ ਹੋਇਆ। ਸਤਿਗੁਰੂ ਜੀ ਨੂੰ ਆ ਕੇ ਦੱਸਿਆ ਮਹਾਰਾਜ ਬ੍ਰਹਮ ਗਿਆਨੀ ਬਾਬਾ ਭਗਤੂ ਜੀ ਜਿਨ੍ਹਾਂ ਨੂੰ ਬਚਨ ਹੋਏ ਸਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਦੇ, ਉਹਨਾਂ ਦੇ ਪੁੱਤਰ ਨੇ ਤੁਹਾਡਾ ਬਚਨ ਮੰਨ ਕੇ ਆਪਣਾ ਸਰੀਰ ਤਿਆਗਿਆ, ਸੇਵਾ ਕੀਤੀ ਹੈ। ਮਹਾਰਾਜ ਬੜੇ ਪ੍ਰਸੰਨ ਹੋਏ, ਕਹਿਣ ਲੱਗੇ ਸੇਵਾਦਾਰ ਤੇ ਦੁਨੀਆ ਤੇ ਬੜੇ ਨੇ। ਕੋਈ ਮਾਇਆ ਦੀ ਸੇਵਾ ਕਰਦਾ, ਕੋਈ ਪਦਾਰਥਾਂ ਦੀ ਸੇਵਾ ਕਰਦਾ, ਕੋਈ ਧਨ ਦੇ ਨਾਲ, ਕੋਈ ਮਨ ਦੇ ਨਾਲ, ਕੋਈ ਸਰੀਰ ਦੇ ਨਾਲ ਸੇਵਾ ਕਰਦਾ ਹੈ। ਪਰ ਥੋੜ੍ਹੀ ਸੇਵਾ ਕਰਨ ਵਾਲਾ, ਬਹੁਤੀ ਸੇਵਾ ਕਰਨ ਵਾਲਾ ਦਿਖਾਈ ਦਿੰਦਾ ਹੈ ਵੀ ਇਹ ਸੇਵਾ ਕਰਦਾ ਪਿਆ ਹੈ,
ਪਰ ਕਹਿਣ ਲੱਗੇ ਜਿਹੜੀ ਸੇਵਾ ਅੱਜ ਭਾਈ ਭਗਤੂ ਜੀਆਂ ਦੇ ਪੁੱਤਰ ਨੇ ਕੀਤੀ ਹੈ ਨਾ, ਆਪਣਾ ਸਰੀਰ ਤਿਆਗ ਦਿੱਤਾ, ਪਰ ਦੱਸਿਆ ਤੱਕ ਨਹੀਂ ਵੀ ਮੈਂ ਸਰੀਰ ਛੱਡਣ ਲੱਗਾ ਹਾਂ ਮਹਾਰਾਜ ਦੇ ਹੁਕਮ ਦੀ ਸੇਵਾ ਮੰਨਦਿਆਂ ਹੋਇਆ। ਐਸਾ ਸੇਵਾਦਾਰ ਕੌਣ ਦੂਜਾ ਹੋ ਸਕਦਾ? ਨਹੀਂ ਹੋ ਸਕਦਾ। ਬੇਅੰਤ ਵਰ ਧੰਨ ਗੁਰੂ ਹਰਿਰਾਏ ਸਾਹਿਬ ਜੀਆਂ ਨੇ ਉਸ ਵੇਲੇ ਬਖਸ਼ਿਸ਼ ਕੀਤੇ ਭਾਈ ਭਗਤੂ ਜੀਆਂ ਦੇ ਪੁੱਤਰ ਨੂੰ, ਵੀ ਤੂੰ ਐਡੀ ਵੱਡੀ ਸੇਵਾ ਕੀਤੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਹਉਮੈ ਵਿੱਚ ਸੇਵਾ ਨਹੀਂ ਹੁੰਦੀ, ਹਉਮੈ ਵਿੱਚ ਤੇ ਕੇਵਲ ਫੋਟੋ ਖਿੱਚੀ ਜਾ ਸਕਦੀ ਹੈ, ਵੀਡੀਓ ਬਣਾਈ ਜਾ ਸਕਦੀ ਹੈ, ਦੁਨੀਆ ਨੂੰ ਵਿਖਾਈ ਜਾ ਸਕਦੀ ਹੈ। ਮੈਂ ਸੇਵਾਦਾਰ, ਮੈਂ ਸ਼ਬਦ ਪੜ੍ਹਨ ਲੱਗਾ, ਮੈਂ ਕੀਰਤਨ ਕਰਨ ਲੱਗਾ, ਮੈਂ ਪਾਠ ਕਰਨ ਲੱਗਾ, ਮੈਂ ਜੋੜੇ ਝਾੜਨ ਲੱਗਾ, ਮੈਂ ਲੰਗਰ ਵਰਤਾਉਣ ਲੱਗਾ, ਮੈਂ ਯਾਤਰਾ ਕਰਨ ਤੁਰਿਆ ਜਾਂਦਾ, ਦੁਨੀਆ ਨੂੰ ਵਿਖਾਇਆ ਜਾ ਸਕਦਾ ਹੈ। ਪਰ ਜਿਹੜਾ ਬੰਦਾ ਹਉਮੈ ਵਿੱਚ ਆ ਗਿਆ ਉਹਦੀ ਸੇਵਾ ਪ੍ਰਵਾਨ ਨਹੀਂ ਹੈ, ਉਹਦੀ ਸੇਵਾ ਕੀਤੀ ਮਨਜ਼ੂਰ ਨਹੀਂ ਹੈ, ਉਹਦੀ ਸੇਵਾ ਕੀਤੀ ਸਫਲੀ ਨਹੀਂ ਹੈ। ਤੇ ਉਧਰ ਵੇਖ ਲਓ ਗੁਰੂ ਹਰਿਰਾਏ ਸਾਹਿਬ ਜੀਆਂ ਦਾ ਸਿੱਖ ਭਾਈ ਭਗਤੂ ਜੀਆਂ ਦਾ ਪੁੱਤਰ ਸਰੀਰ ਛੱਡਣ ਦੀ ਸੇਵਾ ਕਰਦਾ ਪਿਆ, ਦੂਜੇ ਨੂੰ ਜੀਵਨ ਦਾਨ ਦਿੰਦਾ ਪਿਆ ਆਪ ਮਰ ਕੇ, ਪਰ ਜਨਾਇਆ ਤੱਕ ਨਹੀਂ, ਦੱਸਿਆ ਤੱਕ ਨਹੀਂ ਵੀ ਮੈਂ ਚੱਲਿਆ, ਮੈਨੂੰ ਸ਼ਰੋਪਾ ਪਾ ਦਿਓ ਮਹਾਰਾਜ ਗੱਲ ਦੇ ਵਿੱਚ, ਮੈਂ ਚੱਲਿਆ ਤੁਹਾਡਾ ਬਚਨ ਮੰਨਣ ਵਾਸਤੇ। ਨਹੀਂ ਜਨਾਇਆ। ਮਹਾਰਾਜ ਕਹਿਣ ਲੱਗੇ ਹਉਮਾ ਵਾਲਿਆਂ ਤੋਂ ਸੇਵਾ ਹੋਣੀ ਨਹੀਂ ਹੈ, ਸੇਵਾ ਉਹਨਾਂ ਤੋਂ ਹੁੰਦੀ ਹੈ ਗੁਰੂ ਦਾ ਜਿਹੜੇ ਬਚਨ ਮੰਨਣ ਵਾਲੇ ਨੇ। ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥਾ ਜਾਏ, ਮਨ ਦੇ ਕੀਤੇ ਸਾਰੇ ਕਰਤੱਵ ਤੇਰੇ ਵਿਅਰਥ ਚਲੇ ਜਾਣਗੇ, ਮਨ ਕਰਕੇ ਕੀਤੇ ਯਤਨ ਵਿਅਰਥ ਚਲੇ ਜਾਣਗੇ ਜੇ ਮਨ ਵਿੱਚ ਹਉਮੈ। ਕਈ ਵਾਰ ਬੰਦਾ ਕਰਦਾ ਨਹੀਂ ਸਰੀਰ ਕਰਕੇ, ਪਰ ਮਨ ਕਰਕੇ ਸੋਚਦਾ ਮੈਂ ਇਹ ਕਰਾਂਗਾ, ਮੈਂ ਇਹ ਕਰਾਂਗਾ, ਮਨ ਵਿੱਚ ਯੋਜਨਾਵਾਂ ਬਣਾਉਂਦਾ ਜ਼ਰੂਰ ਹੈ ਵੀ ਮੈਂ ਸੇਵਾ ਕਰਨੀ ਹੈ, ਮੈਂ ਸਿਮਰਨ ਕਰਨਾ, ਪਰ ਕਰਦਾ ਨਹੀਂ, ਹੰਕਾਰ ਹੈ ਵੀ ਮੈਂ ਤੇ ਇੰਨਾ ਕੀਤਾ। ਸਤਿਗੁਰੂ ਪਾਤਸ਼ਾਹ ਕਹਿੰਦੇ ਮਨ ਦੇ ਜਿੰਨੇ ਮਰਜ਼ੀ ਕਰਤੱਵ ਕਰ ਲੈ, ਜਿੰਨਾ ਮਰਜ਼ੀ ਸੋਚ ਲੈ, ਵਿਚਾਰ ਕਰ ਲੈ, ਤੇਰੀ ਸੇਵਾ ਸਫਲੀ ਨਹੀਂ ਹੈ। ਹਰ ਚੇਤ ਮਨ ਮੇਰੇ ਤੂੰ ਗੁਰ ਕਾ ਸ਼ਬਦ ਕਮਾਏ। ਐ ਮੇਰਿਆ ਮਨਾ ਤੂੰ ਹਰੀ ਹਰ ਪਰਮੇਸ਼ਰ ਨੂੰ ਚੇਤੇ ਕਰ। ਕਿਵੇਂ ਕਰ? ਗੁਰ ਕਾ ਸ਼ਬਦ ਕਮਾਏ, ਗੁਰੂ ਦਾ ਸ਼ਬਦ ਲੈ ਕੇ, ਗੁਰੂ ਦਾ ਉਪਦੇਸ਼ ਲੈ ਕੇ। ਸ਼ਬਦ ਤੋਂ ਭਾਵ ਉਪਦੇਸ਼ ਹੁੰਦਾ, ਗੁਰੂ ਦਾ ਉਪਦੇਸ਼ ਲੈ ਤੇ ਉਪਦੇਸ਼ ਮਿਲਣਾ ਗੁਰੂ ਦੇ ਕੋਲ ਆ ਕੇ। ਉਪਦੇਸ਼ ਤਾਂ ਮਿਲਣਾ ਪਹਿਲਾਂ ਗੁਰੂ ਵਾਲੇ ਬਣਨਾ ਪੈਣਾ ਹੈ, ਪਹਿਲਾਂ ਗੁਰੂ ਧਾਰਨ ਕਰਨਾ। ਜਦੋਂ ਗੁਰੂ ਧਾਰਨ ਕਰੇਗਾ, ਅੰਮ੍ਰਿਤ ਦੀ ਦਾਤ ਗੁਰੂ ਦੇ ਕੋਲੋਂ ਲਵੇਂਗਾ, ਫਿਰ ਗੁਰੂ ਦੇ ਕੋਲੋਂ ਸ਼ਬਦ ਮਿਲੇਗਾ। ਸ਼ਬਦ ਕੀ ਹੈ? ਵਾਹਿਗੁਰੂ ਮੰਤਰ। ਵਾਹਿਗੁਰੂ ਮੰਤਰ ਦਾ ਸ਼ਬਦ ਜਦੋਂ ਮਿਲਿਆ, ਫਿਰ ਉਹਦੀ ਕਮਾਈ ਕਰ। ਹਰ ਚੇਤ ਮਨ ਮੇਰੇ, ਐ ਮੇਰਿਆ ਮਨਾ ਹਰੀ ਹਰ ਨੂੰ ਚੇਤੇ ਕਰ। ਕਿਵੇਂ ਕਰ? ਗੁਰੂ ਦੇ ਸ਼ਬਦ ਨਾਲ, ਗੁਰੂ ਦੀ ਉਪਦੇਸ਼ ਦੀ ਕਮਾਈ ਕਰਨਾ ਕਰ। ਹੁਕਮ ਮੰਨੈ ਤਾਂ ਹਰ ਮਿਲੈ, ਤਾਂ ਵਿੱਚੋਂ ਹਉਮੈ ਜਾਏ। ਜਦੋਂ ਹੁਕਮ ਮੰਨੇਗਾ ਹਉਮੈ ਤਾਂ ਜਾਣੀ ਹੈ। ਹਉਮੈ ਉਹਨਾਂ ਚਿਰ ਹੈ ਜਿੰਨਾ ਚਿਰ ਬੰਦੇ ਨੂੰ ਇਹ ਲੱਗਦਾ ਵੀ ਇਹ ਮੈਂ ਕੀਤਾ, ਇਹ ਮੈਂ ਕੀਤਾ, ਮੇਰੇ ਕੀਤਿਆਂ ਹੋਇਆ ਹਉਮੈ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਦੋਂ ਤੈਨੂੰ ਹੁਕਮ ਮੰਨਣਾ ਆ ਗਿਆ ਨਾ ਵੀ ਇਹ ਗੁਰੂ ਦਾ ਹੁਕਮ ਹੈ, ਉਦੋਂ ਤੇਰੇ ਮਨ ਵਿੱਚੋਂ ਹਉਮੈ ਜਾਏਗੀ। ਜਦੋਂ ਹਉਮੈ ਜਾਏਗੀ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਹਰ ਮਿਲੇ, ਫਿਰ ਤੈਨੂੰ ਪਰਮੇਸ਼ਰ ਮਿਲਣਾ। ਪਹਿਲੀ ਪੰਕਤੀ ਵਿੱਚ ਬਚਨ ਇਹ ਕੀਤਾ ਵੀ ਨਾਮ ਤੇ ਹੰਕਾਰ ਦੋ ਜਗ੍ਹਾ ਇਕਤਾ ਤੇ ਖਲੋਂਦੀਆਂ ਨਹੀਂ। ਤਾਂ ਮਹਾਰਾਜ ਨੇ ਆਖਿਆ ਹੁਕਮ ਮੰਨੇਗਾ ਤੇਰੇ ਮਨ ਦਾ ਹੰਕਾਰ ਜਾਏਗਾ, ਹੰਕਾਰ ਜਾਏਗਾ ਤੇ ਤੈਨੂੰ ਪਰਮੇਸ਼ਰ ਮਿਲੇਗਾ। ਪਰ ਹੁਕਮ ਮੰਨਣਾ ਡਾਢਾ ਔਖਾ ਹੈ। ਹੁਕਮ ਕਿਸੇ ਕਿਸੇ ਗੁਰਮੁਖ ਨੇ ਮੰਨਿਆ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜੇ ਹੁਕਮ ਮੰਨਣ ਵਾਲੇ ਨੇ ਉਹਨਾਂ ਦੇ ਮਨ ਵਿੱਚੋਂ ਹਉਮੈ, ਮਨ ਵਿੱਚੋਂ ਹਉਮੈ ਚਲੀ ਗਈ, ਉਹ ਪਰਮੇਸ਼ਰ ਨੂੰ ਮਿਲੇ ਹਨ। ਹਉਮੈ ਸਭ ਸਰੀਰ ਹੈ, ਹਉਮੈ ਉਪਤ ਹੋਏ। ਜਿੰਨੇ ਸਰੀਰ ਨੇ, ਕੱਲੇ ਮੇਰੇ ਵਿੱਚ ਨਹੀਂ, ਕੱਲੇ ਤੁਹਾਡੇ ਵਿੱਚ ਨਹੀਂ, ਜਿੰਨੇ ਸਰੀਰ ਦੁਨੀਆ ਤੇ ਪੈਦਾ ਹੋ ਰਹੇ ਨੇ ਸਾਰਿਆਂ ਸਰੀਰਾਂ ਵਿੱਚ ਹੀ ਹਉਮੈ ਹੈ। ਹੰਕਾਰ ਸਾਰਿਆਂ ਵਿੱਚ ਹੀ ਹੈ, ਕਿਸੇ ਵਿੱਚ ਥੋੜ੍ਹਾ, ਕਿਸੇ ਵਿੱਚ ਬਹੁਤਾ। ਕੋਈ ਜਨਾ ਦਿੰਦਾ ਕਹਿ ਕੇ ਮੈਂ ਇਹ ਕੀਤਾ, ਮੈਂ ਇਹ ਕੀਤਾ, ਤੇ ਕੋਈ ਉਹ ਹੈ ਜਿਹੜਾ ਜਨਾਉਂਦਾ ਨਹੀਂ ਪਰ ਮਨ ਵਿੱਚ ਉਹ ਵੀ ਸੋਚਦਾ ਵੀ ਮੈਂ ਇਹ ਕੀਤਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਬੰਦਿਆ ਜਿੰਨੇ ਸਰੀਰ ਨੇ ਨਾ ਦੁਨੀਆ ਤੇ ਬਣੇ ਹੋਏ, ਜਿੰਨੇ ਸਰੀਰ ਆਏ ਨੇ, ਹਉਮੈ ਸਾਰਿਆਂ ਦੇ ਵਿੱਚ ਹੀ ਹੈ, ਮਾਨ ਸਾਰਿਆਂ ਦੇ ਵਿੱਚ ਹੀ ਹੈ, ਹੰਕਾਰ ਸਾਰਿਆਂ ਦੇ ਵਿੱਚ ਹੀ ਹੈ। ਹਉਮੈ ਸਭ ਸਰੀਰ ਹੈ,
ਹਉਮੈ ਓਪਤ ਹੋਏ। ਫਿਰ ਮਹਾਰਾਜ ਨੂੰ ਪੁੱਛਿਆ, ਮਹਾਰਾਜ ਸਾਰਿਆਂ ਸਰੀਰਾਂ ਵਿੱਚ ਹਉਮੈ ਕਿਉਂ ਹੈ, ਕਾਰਨ ਕੀ ਹੈ? ਤੇ ਸਤਿਗੁਰੂ ਕਹਿਣ ਲੱਗੇ, ਭਾਈ ਹਉਮੈ ਕਰਕੇ ਸੰਸਾਰ ਦੀ ਉਤਪਤੀ ਹੋ ਰਹੀ ਹੈ। ਸੰਸਾਰ ਪੈਦਾ ਤਾਂ ਹੋ ਰਿਹਾ ਕਿਉਂਕਿ ਹਉਮੈ ਕਰਕੇ। ਜਿੰਨਾ ਚਿਰ ਹਉਮੈ ਉਹਨਾਂ ਚਿਰ ਜਨਮ ਮਿਲਦੇ ਰਹਿਣੇ। ਰੱਬ ਨੇ ਵੀ ਤੇ ਗਾਂ ਜਨਮ ਦੇਣੇ ਨੇ ਨਾ, ਦੁਨੀਆ ਗਾਂ ਸਾਜ ਕੇ ਰੱਖਣੀ ਹੈ, ਉਹ ਮੁੱਕਣ ਨਹੀਂ ਦਿੰਦਾ। ਜਿੰਨਾ ਚਿਰ ਹਉਮੈ ਹੈ ਉਹਨਾਂ ਚਿਰ ਸੰਸਾਰ ਦੀ ਉਤਪਤੀ ਹੁੰਦੀ ਹੀ ਰਹਿਣੀ ਹੈ। ਪਰ ਅਸੀਂ ਸੋਚ ਲੈਂਦੇ ਕਈ ਵਾਰੀ ਵੀ ਮੈਂ ਨਾਮ ਜਪਾਂਗਾ, ਪਰ ਜਪਾਂਗਾ ਉਦੋਂ ਜਦੋਂ ਸੰਸਾਰ ਵੱਲੋਂ ਵਿਹਲਾ ਹੋਵਾਂਗਾ, ਫਿਰ ਮੈਂ ਮੁਕਤ ਹੋ ਜਾਵਾਂਗਾ। ਕਹਿਣ ਲੱਗੇ, ਇੱਕ ਮਹਾਤਮਾ ਨਦੀ ਦੇ ਕਿਨਾਰੇ ਬੈਠੇ ਹੋਏ ਤੇ ਕੋਈ ਵਿਅਕਤੀ ਕੋਲੋਂ ਲੰਘਦਾ ਪਿਆ। ਪੁੱਛਿਆ, ਮਹਾਤਮਾ ਜੀ ਕੀ ਕਰਦੇ ਪਏ? ਤੇ ਮਹਾਤਮਾ ਕਹਿਣ ਲੱਗੇ, ਮੈਂ ਉਡੀਕਦਾ ਪਿਆ ਵੀ ਨਦੀ ਦਾ ਪਾਣੀ ਲੰਘ ਲਵੇ, ਸਾਰਾ ਚਲੇ ਜਾਵੇ। ਨਦੀ ਜਦੋਂ ਖਾਲੀ ਹੋਵੇਗੀ ਨਾ, ਫਿਰ ਮੈਂ ਪਾਰ ਕਰਾਂਗਾ। ਵਿਅਕਤੀ ਚਲੇ ਗਿਆ, ਕੁਝ ਸਮਾਂ ਲੰਘਿਆ, ਫਿਰ ਵਾਪਸ ਆਇਆ। ਕਹਿਣ ਲੱਗਾ, ਮਹਾਤਮਾ ਜੀ ਬੈਠੇ ਹੋ? ਮਹਾਤਮਾ ਨੇ ਫਿਰ ਜਵਾਬ ਦਿੱਤਾ। ਕਹਿਣ ਲੱਗੇ, ਮੈਂ ਉਡੀਕਦਾ ਪਿਆ ਵੀ ਨਦੀ ਚੱਲਦੀ ਪਈ ਹੈ, ਜਦੋਂ ਵਿਹਲੀ ਹੋ ਗਈ ਨਾ, ਖਾਲੀ ਹੋ ਗਈ, ਬਿਲਕੁਲ ਪਾਣੀ ਆਉਣਾ ਬੰਦ ਹੋ ਗਿਆ, ਫਿਰ ਮੈਂ ਨਦੀ ਪਾਰ ਕਰਾਂਗਾ। ਜਦੋਂ ਦੂਜੀ ਵਾਰੀ ਇਹ ਗੱਲ ਸੁਣੀ ਤੇ ਵਿਅਕਤੀ ਬੜਾ ਗੁੱਸੇ ਵਿੱਚ ਆਇਆ। ਕਹਿਣ ਲੱਗਾ, ਤੁਸੀਂ ਮੈਨੂੰ ਲੱਗਦਾ ਪਾਗਲ ਹੋ। ਮਹਾਤਮਾ ਕਹਿਣ ਲੱਗੇ, ਕਿਵੇਂ? ਕਹਿੰਦਾ, ਤੁਹਾਨੂੰ ਨਹੀਂ ਪਤਾ, ਇਹ ਨਦੀ ਕਦੇ ਖਾਲੀ ਹੋਣੀ ਨਹੀਂ ਹੈ, ਇਹ ਤਾਂ ਇਸੇ ਤਰ੍ਹਾਂ ਭਰ ਕੇ ਚੱਲਦੀ ਰਹਿਣੀ ਹੈ, ਸਾਰੀ ਉਮਰ ਇਹਦੇ ਕੰਢੇ ਬੈਠੇ ਰਹੋ। ਜੇ ਤੁਸੀਂ ਇਹ ਉਡੀਕਦੇ ਰਹੇ ਨਾ ਵੀ ਇਹ ਖਾਲੀ ਹੋਵੇਗੀ, ਮੁੱਕ ਜਾਏਗੀ, ਸੁੱਕ ਜਾਏਗੀ, ਤੇ ਫਿਰ ਮੈਂ ਪਾਰ ਜਾਵਾਂਗਾ, ਜਾ ਨਹੀਂ ਸਕਦੇ। ਮੈਨੂੰ ਤੁਸੀਂ ਪਾਗਲ ਲੱਗਦੇ ਹੋ, ਮੂਰਖ ਲੱਗਦੇ ਹੋ। ਤੇ ਜਦੋਂ ਇੰਨੀ ਗੱਲ ਆਖੀ ਤੇ ਮਹਾਤਮਾ ਹੱਸ ਪਏ ਸੁਣ ਕੇ। ਵਿਅਕਤੀ ਨੂੰ ਹੋਰ ਗੁੱਸਾ ਆਇਆ, ਮੇਰੇ ਤੇ ਹੱਸੇ ਨੇ। ਕਹਿਣ ਲੱਗਾ, ਹੱਸੇ ਕਿਉਂ? ਮਹਾਤਮਾ ਕਹਿਣ ਲੱਗੇ, ਮੈਂ ਤੁਹਾਡੀ ਸੋਚ ਤੇ ਹੱਸਦਾ, ਤੁਹਾਡੀ ਵਿਚਾਰ ਤੇ ਹੱਸਦਾ। ਮੈਨੂੰ ਤੇ ਗਿਆਨ ਦੇ ਦਿੱਤਾ ਵੀ ਨਦੀ ਸੁੱਕਣੀ ਨਹੀਂ ਹੈ, ਇਹ ਤੇ ਚੱਲਦੀ ਰਹਿਣੀ ਹੈ, ਭਾਵੇਂ ਸਾਰੀ ਉਮਰ ਮੈਂ ਬੈਠਾ ਰਵਾਂ। ਪਰ ਕਦੇ ਆਪਣੇ ਅੰਦਰ ਵੀ ਝਾਤੀ ਮਾਰੀ ਹੈ। ਆਪ ਤੇ ਕਹਿੰਦਾ ਹੈ ਬੱਚੇ ਥੋੜ੍ਹੇ ਜਿਹੇ ਵੱਡੇ ਹੋ ਗਏ, ਫਿਰ ਮੈਂ ਨਾਮ ਜਪਾਂਗਾ। ਹੁਣ ਬੱਚੇ ਵੱਡੇ ਹੋ ਗਏ ਨੇ, ਫਿਰ ਇਹਨਾਂ ਦੇ ਵਿਆਹ ਹੋ ਜਾਣ, ਫਿਰ ਮੈਂ ਨਾਮ ਜਪਾਂਗਾ। ਹੁਣ ਇਹ ਕਿਤੇ ਨਾ ਕਿਤੇ ਸੈੱਟ ਹੋ ਜਾਣ, ਆਪਣੀ ਮੰਜ਼ਿਲ 'ਤੇ ਪਹੁੰਚ ਜਾਣ, ਫਿਰ ਮੈਂ ਨਾਮ ਜਪਾਂਗਾ। ਹੁਣ ਮੈਂ ਘਰ ਬਣਾ ਲਵਾਂ ਅਤੇ ਉਸ ਤੋਂ ਬਾਅਦ ਵਿੱਚ ਮੈਂ ਨਾਮ ਜਪਾਂਗਾ। ਮਹਾਤਮਾ ਕਹਿਣ ਲੱਗੇ, ਜਿਵੇਂ ਨਦੀ ਦਾ ਪਾਣੀ ਖਾਲੀ ਨਹੀਂ ਹੋਣ ਵਾਲਾ, ਤੇਰੀ ਜ਼ਿੰਦਗੀ ਵੀ ਬੰਦਿਆ ਇੱਕ ਨਦੀ ਹੈ। ਦੁਨੀਆ ਦੇ ਪਦਾਰਥ ਇਸ ਨਦੀ ਵਿੱਚ ਪਾਣੀ ਨੇ। ਤੂੰ ਆਖਦਾ ਮੈਨੂੰ ਆਹ ਮਿਲੇ ਤੇ ਮੈਂ ਨਾਮ ਜਪਾਂਗਾ। ਨਦੀ ਵਿੱਚ ਪਾਣੀ ਕਦੇ ਨਹੀਂ ਮੁੱਕਦਾ ਤੇ ਮੈਂ ਕਦੇ ਪਾਰ ਨਹੀਂ ਕਰ ਸਕਦਾ। ਤੇਰੀ ਜ਼ਿੰਦਗੀ ਵਿੱਚ ਬੰਦਿਆ ਕਦੇ ਮੁਸ਼ਕਲਾਂ ਮੁੱਕ ਨਹੀਂ ਸਕਦੀਆਂ, ਮੁਸੀਬਤਾਂ ਕਦੇ ਮੁੱਕ ਨਹੀਂ ਸਕਦੀਆਂ, ਰੁਕਾਵਟਾਂ ਕਦੇ ਮੁੱਕ ਨਹੀਂ ਸਕਦੀਆਂ, ਧੰਦੇ ਤੇ ਕੰਮ ਕਦੇ ਨਹੀਂ ਮੁੱਕ ਸਕਦੇ। ਜਿਹੜਾ ਤੂੰ ਆਖਦਾ ਮੈਂ ਆਹ ਕੰਮ ਉਦੋਂ ਕਰਾਂਗਾ ਜਦੋਂ ਮੈਂ ਵਿਹਲਾ ਹੋਵਾਂਗਾ, ਤੇ ਵਿਹਲਾ ਤੇ ਹੋਣਾ ਹੀ ਨਹੀਂ ਹੈ। ਆਪਾਂ ਕਰਦੇ ਆ ਨਾ, ਕਈ ਵਾਰੀ ਸੋਚਦੇ ਆ ਕਿ ਆ ਫਲਾਣਾ ਕੰਮ ਇੱਕ ਹੋ ਜਾਵੇ ਫਿਰ ਮੈਂ ਨਾਮ ਜਪਾਂਗਾ। ਜਦੋਂ ਉਹ ਕੰਮ ਹੋ ਜਾਂਦਾ ਫਿਰ ਇੱਕ ਹੋਰ ਯਾਦ ਆ ਜਾਂਦਾ। ਇਹ ਦੁਨੀਆ ਦੀਆਂ ਮੁਸੀਬਤਾਂ ਮੁਸ਼ਕਲਾਂ ਜਿਹੜੀਆਂ ਨੇ ਕਦੇ ਪੂਰੀਆਂ ਨਹੀਂ ਹੁੰਦੀਆਂ। ਕਿਨਹੀ ਨਾ ਕੀਏ ਮਾਇਆ ਕਾਜ ਪੂਰੇ, ਗੁਰੂ ਗ੍ਰੰਥ ਸਾਹਿਬ ਦਾ ਬਚਨ ਹੈ। ਮਹਾਰਾਜ ਕਹਿੰਦੇ ਮਾਇਆ ਇਹੋ ਜਿਹੀ ਹੈ, ਇਹਨੇ ਕਦੇ ਕਿਸੇ ਦਾ ਕੰਮ ਪੂਰਾ ਕੀਤਾ ਹੀ ਨਹੀਂ ਹੈ। ਇੱਕ ਪੂਰਾ ਹੁੰਦਾ ਦੂਜਾ ਉੱਠ ਪੈਂਦਾ। ਜਿਸ ਤਰ੍ਹਾਂ ਨਦੀ ਪਾਰ ਕਰਨ ਵਾਸਤੇ, ਨਦੀ ਦੇ ਪਾਣੀ ਨੂੰ ਮੁੱਕ ਜਾਣ ਵਾਸਤੇ, ਸੁੱਕ ਜਾਣ ਵਾਸਤੇ, ਖਾਲੀ ਹੋ ਜਾਣ ਵਾਸਤੇ ਉਡੀਕਿਆ ਨਹੀਂ ਜਾ ਸਕਦਾ, ਉਹਨੂੰ ਪਾਰ ਕਰਨਾ ਹੀ ਪੈਣਾ। ਇਸੇ ਤਰ੍ਹਾਂ ਬੰਦਿਆ ਨਾਮ ਜਪਣ ਵਾਸਤੇ ਤੂੰ ਇਹ ਨਾ ਉਡੀਕਦਾ ਰਹਿ ਵੀ ਆਹ ਕੰਮ ਮੈਂ ਦੁਨੀਆ ਦਾ ਕਰ ਲਵਾਂ, ਪੁੱਤਰਾਂ ਨੂੰ ਵਿਆਹ ਲਵਾਂ, ਪੋਤਰਿਆਂ ਨੂੰ ਵਿਆਹ ਲਵਾਂ, ਘਰ ਬਣਾ ਲਵਾਂ, ਫਲਾਣੀ ਜ਼ਿੰਮੇਵਾਰੀ ਪੂਰੀ ਕਰ ਲਵਾਂ ਫਿਰ ਨਾਮ ਜਪਾਂਗਾ। ਜ਼ਿੰਮੇਵਾਰੀਆਂ ਪੂਰੀਆਂ ਨਹੀਂ ਹੋਣੀਆਂ, ਨਾਮ ਜਪਣਾ ਤੇ ਜਪ ਲੈ। ਸਤਿਗੁਰੂ ਫਰਮਾਉਂਦੇ ਨੇ, ਕਹਿਣ ਲੱਗੇ ਭਾਈ ਬਚਨ ਇਹ ਹੈ, ਹਉਮੈ ਸਾਰਿਆਂ ਸਰੀਰਾਂ ਵਿੱਚ ਹੀ ਹੈ। ਅਸੀਂ ਹਉਮੈ ਦੇ ਮਾਰੇ ਹੋਏ ਕਰਮ ਕਰਦੇ ਹਾਂ, ਹੰਕਾਰ ਦੇ ਵਿੱਚ ਬੱਧੇ ਹੋਏ ਕਰਮ ਕਰਦੇ ਹਾਂ। ਪਾਤਸ਼ਾਹ ਕਹਿਣ ਲੱਗੇ ਭਾਈ ਇਹ ਸੰਸਾਰ ਦੀ ਉਤਪਤੀ ਹਉਮੈ ਕਰਕੇ ਹੀ ਹੋ ਰਹੀ ਹੈ। ਨਾ ਹਉਮੈ ਮੁੱਕਦੀ ਹੈ, ਨਾ ਸੰਸਾਰ ਮੁੱਕਦਾ ਪਿਆ, ਨਾ ਸਾਡੀਆਂ ਇੱਛਾਵਾਂ ਖਤਮ ਹੁੰਦੀਆਂ, ਨਾ ਸਾਡੇ ਪਦਾਰਥ ਖਤਮ ਹੁੰਦੇ, ਨਾ ਜ਼ਿੰਦਗੀ ਦੀਆਂ ਰੁਕਾਵਟਾਂ ਖਤਮ ਹੁੰਦੀਆਂ। ਇਹ ਚੱਲਦੀਆਂ ਹੀ ਰਹਿੰਦੀਆਂ ਨੇ। ਤੇ ਜਿੰਨਾ ਚਿਰ ਇਹ ਚੱਲਦੀਆਂ ਨੇ ਫਿਰ ਤੂੰ ਨਾਮ ਕਦੋਂ ਜਪੇਂਗਾ। ਹਉਮੈ ਵੱਡਾ ਗੁਬਾਰ ਹੈ,
ਹਉਮੈ ਵਿੱਚ ਬੁੱਝ ਨਾ ਸਕੈ ਕੋਏ। ਹਉਮੈ ਬਹੁਤ ਵੱਡਾ ਘੁੱਪ ਹਨੇਰਾ ਹੈ। ਹਉਮੈ ਏਡਾ ਵੱਡਾ ਹਨੇਰਾ ਵੀ ਇਹਦੇ ਵਿੱਚ ਜਾਣਿਆ ਕੁਝ ਨਹੀਂ ਜਾ ਸਕਦਾ। ਹਉਮੈ ਵਿੱਚ ਬੁੱਝ ਨਾ ਸਕੈ ਕੋਈ। ਜਿਹਦੇ ਮਨ ਵਿੱਚ ਹੰਕਾਰ ਆ ਗਿਆ ਨਾ, ਉਹ ਜਾਣ ਨਹੀਂ ਸਕੇਗਾ, ਰਸਤਾ ਮੁਕਤੀ ਦਾ ਪਾ ਨਹੀਂ ਸਕਦਾ। ਜਿਵੇਂ ਹਨੇਰੇ ਵਿੱਚ ਰਸਤਾ ਨਹੀਂ ਲੱਭਦਾ, ਹੰਕਾਰ ਦੇ ਵਿੱਚ ਵੀ ਮੁਕਤੀ ਦਾ ਰਸਤਾ ਪ੍ਰਾਪਤ ਨਹੀਂ ਹੁੰਦਾ ਹੈ। ਹਉਮੈ ਵਿੱਚ ਭਗਤ ਨਾ ਹੋਵੇ, ਹੁਕਮ ਨਾ ਬੁਝਿਆ ਜਾਏ। ਮਹਾਰਾਜ ਕਹਿਣ ਲੱਗੇ ਹਉਮੈ ਵਿੱਚ ਹੁਕਮ ਨਹੀਂ ਬੁਝਿਆ ਜਾਂਦਾ। ਜਦੋਂ ਹੰਕਾਰ ਆ ਗਿਆ ਫਿਰ ਤੇ ਇਹ ਗੱਲ ਆ ਗਈ ਨਾ ਵੀ ਮੈਂ ਵੱਡਾ। ਜਦੋਂ ਮੈਂ ਵੱਡਾ ਹਾਂ ਤਾਂ ਫਿਰ ਮੈਂ ਕਿਸੇ ਦੀ ਗੱਲ ਥੋੜ੍ਹੀ ਮੰਨਾਂਗਾ। ਹੁਕਮ ਮੰਨਣਾ ਕੰਮ ਗੁਲਾਮ ਦਾ ਹੈ, ਹੁਕਮ ਮੰਨਣਾ ਕੰਮ ਨੌਕਰ ਦਾ। ਜਦੋਂ ਅਸੀਂ ਆਪਣੇ ਆਪ ਨੂੰ ਸਮਝਾਂਗੇ ਵੀ ਮੈਂ ਤੇ ਅਧੀਨ ਹਾਂ ਗੁਰੂ ਦੇ, ਜੋ ਗੁਰੂ ਕਹੇਗਾ ਉਹ ਮੈਂ ਕਰਨਾ ਹੈ, ਤੇ ਪ੍ਰਾਪਤੀ ਤਾਂ ਹੈ। ਤੇ ਜਦੋਂ ਸਮਝੀਏ ਲਿਆ ਵੀ ਮੈਂ ਹੀ ਹਾਂ ਸਾਰਾ ਕੁਝ, ਮਾਲਕ ਹੀ ਮੈਂ ਹਾਂ, ਤੇ ਫਿਰ ਉਦੋਂ ਹੁਕਮ ਨਹੀਂ ਬੁੱਝਿਆ ਜਾਣਾ। ਸਤਿਗੁਰੂ ਪਾਤਸ਼ਾਹ ਕਹਿੰਦੇ ਹਉਮੈ ਵਿੱਚ ਭਗਤ ਨਾ ਹੋਵਈ। ਹਉਮੈ ਵਿੱਚ ਭਗਤੀ ਨਹੀਂ ਹੁੰਦੀ, ਹੁਕਮ ਨਾ ਬੁੱਝਿਆ ਜਾਏ, ਤੇ ਨਾ ਹੀ ਹੰਕਾਰ ਵਿੱਚ ਗੁਰੂ ਦੇ ਹੁਕਮ ਨੂੰ ਜਾਣਿਆ ਜਾਂਦਾ ਜਾਂ ਕਮਾਇਆ ਨਹੀਂ ਜਾਂਦਾ ਹੈ। ਹਉਮੈ ਵਿੱਚ ਜੀਉ ਬੰਦ ਹੈ, ਨਾਮ ਨਾ ਵਸੇ ਮਨ ਆਏ। ਸਤਿਗੁਰੂ ਪਾਤਸ਼ਾਹ ਫਰਮਾਉਂਦੇ ਨੇ ਹਉਮੈ ਦੇ ਵਿੱਚ ਇਹ ਜੀਵ ਬੱਧਾ ਹੋਇਆ ਹੈ। ਜਿਵੇਂ ਅਸੀਂ ਪਸ਼ੂ ਬੰਨ੍ਹ ਲੈਂਦੇ ਹਾਂ ਰੱਸੇ ਦੇ ਨਾਲ, ਸੰਗਲ ਦੇ ਨਾਲ, ਵਿਚਾਰਾ ਸਾਰੀ ਉਮਰ ਉਸੇ ਕਿੱਲੇ ਤੇ ਬੱਝਾ ਰਹਿੰਦਾ, ਇੱਕੇ ਥਾਂ ਤੇ ਬੱਝਾ ਹੋਇਆ ਖਾਂਦਾ ਪੀਂਦਾ। ਪਾਤਸ਼ਾਹ ਕਹਿੰਦੇ ਹਉਮੈ ਨੇ ਬੰਦਿਆ ਤੈਨੂੰ ਸੰਗਲ ਪਾ ਕੇ ਬੱਧਾ ਹੋਇਆ, ਇਹ ਤੈਨੂੰ ਹਉਮੈ ਛੱਡਦੀ ਨਹੀਂ ਹੈ। ਨਾਮ ਨਾ ਵਸੈ ਮਨ ਆਏ। ਜਿੰਨਾ ਚਿਰ ਹਉਮੈ ਦੇ ਸੰਗਲ ਨਾਲ ਬੱਧਾ ਹੋਇਆ, ਨਾਮ ਹਿਰਦੇ ਵਿੱਚ ਵਸ ਹੀ ਨਹੀਂ ਸਕਦਾ। ਹੰਕਾਰ ਨੂੰ ਦੂਰ ਕਰੇਗਾ ਤਾਂ ਨਾਮ ਦੀ ਪ੍ਰਾਪਤੀ ਹੈ। ਨਾਨਕ ਸਤਿਗੁਰ ਮਿਲਿਆ ਹਉਮੈ ਗਈ, ਤਾਂ ਸੱਚ ਵਸਿਆ ਮਨ ਆਏ। ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਜਦੋਂ ਪੂਰਾ ਗੁਰੂ ਮਿਲਦਾ ਹਉਮੈ ਤਾਂ ਜਾਂਦੀ ਹੈ, ਮਾਨ ਤਾਂ ਜਾਂਦਾ। ਨਾਨਕ ਸਤਿਗੁਰ ਮਿਲਿਆ ਹਉਮੈ ਗਈ, ਹੰਕਾਰ ਚਲੇ ਗਿਆ, ਮੈਂ ਮੇਰੀ ਚਲੇ ਗਈ ਗੁਰੂ ਜਦੋਂ ਮਿਲਿਆ। ਕਿਉਂਕਿ ਗੁਰੂ ਨੇ ਸਮਝਾ ਦਿੱਤਾ ਹੰਕਾਰ ਛੱਡਣਾ ਹੈ, ਮਾਨ ਛੱਡਣਾ ਹੈ, ਹਉਮੈ ਛੱਡਣੀ ਹੈ, ਵੱਡਾ ਪੁਣਾ ਛੱਡਣਾ ਹੈ। ਇਹ ਗੁਰੂ ਨੇ ਸਮਝਾਇਆ ਆਪਣੇ ਜੀਵਨ ਤੋਂ। ਧੰਨ ਭਾਈ ਲਹਿਣਾ ਸਾਹਿਬ ਜੀ ਜਦੋਂ ਪਹਿਲੀ ਵਾਰੀ ਗੁਰੂ ਨਾਨਕ ਸਾਹਿਬ ਨੂੰ ਮਿਲੇ, ਤੇ ਭਾਈ ਲਹਿਣਾ ਜੀਆਂ ਨੂੰ ਗੁਰੂ ਨਾਨਕ ਸਾਹਿਬ ਰਸਤੇ ਵਿੱਚ ਹੀ ਮਿਲ ਪਏ। ਜਿਹੜਾ ਰਸਤਾ ਧਰਮਸਾਲ ਨੂੰ ਜਾਂਦਾ ਸੀ ਨਾ, ਜਿੱਥੇ ਮਹਾਰਾਜ ਬੈਠ ਕੇ ਸੰਗਤਾਂ ਨੂੰ ਉਪਦੇਸ਼ ਦਿੰਦੇ ਸਨ, ਉਸ ਰਸਤੇ ਤੇ ਮਹਾਰਾਜ ਖਲੋਤੇ ਸਨ। ਤੇ ਭਾਈ ਲਹਿਣਾ ਜੀ ਪਿੰਡ ਦੇ ਸਰਦਾਰ ਸਨ, ਮੋਹਤਬਾਰ ਸਨ, ਘੋੜੀ ਤੇ ਚੜ੍ਹੇ ਹੋਏ। ਗੁਰੂ ਨਾਨਕ ਸਾਹਿਬ ਨੂੰ ਜਾ ਕੇ ਪੁੱਛ ਲਿਆ, ਕਹਿਣ ਲੱਗਾ ਵੀ ਜਿਸ ਨੂੰ ਦੁਨੀਆ ਨਾਨਕ ਤਪਾ ਕਹਿੰਦੀ ਹੈ, ਗੁਰੂ ਨਾਨਕ ਆਖਦੀ ਹੈ ਮੈਂ ਉਹਨਾਂ ਦੇ ਡੇਰੇ ਜਾਣਾ, ਉਹਨਾਂ ਦੀ ਧਰਮਸ਼ਾਲਾ ਵਿੱਚ ਜਾਣਾ। ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿਣ ਲੱਗੇ ਭਾਈ ਪਿਆਰਿਆ ਅਸੀਂ ਵੀ ਉਧਰ ਨੂੰ ਹੀ ਜਾਣਾ, ਅਸੀਂ ਤੈਨੂੰ ਨਾਲ ਲੈ ਚੱਲਦੇ। ਤੇ ਗੁਰੂ ਨਾਨਕ ਸਾਹਿਬ ਆਪ ਪੈਦਲ ਤੁਰੇ ਜਾ ਰਹੇ, ਤੇ ਭਾਈ ਲਹਿਣਾ ਜੀ ਘੋੜੀ ਦੇ ਉੱਪਰ। ਗੁਰੂ ਪੈਦਲ ਤੁਰਿਆ ਜਾ ਰਿਹਾ ਹੈ। ਨਿਮਰਤਾ ਗੁਰੂ ਨੇ ਦੱਸੀ ਸਮਝਾਈ ਹੈ, ਜਿਹਨੇ ਸਿੱਖ ਬੰਨਾ ਘੋੜੇ ਤੇ ਹੈ। ਤੇ ਚਲਦਿਆਂ ਚਲਦਿਆਂ ਮਹਾਰਾਜ ਜੀ ਨਾਲ ਲੈ ਕੇ ਧਰਮਸਾਲ ਕੋਲ ਪਹੁੰਚ ਗਏ। ਤੇ ਜਦੋਂ ਕੋਲ ਪਹੁੰਚੇ ਤੇ ਮਹਾਰਾਜ ਨੇ ਇਸ਼ਾਰਾ ਕੀਤਾ, ਕਹਿਣ ਲੱਗੇ ਘੋੜਾ ਉਧਰ ਬੰਨ੍ਹ ਕੇ, ਉਸ ਰੁੱਖ ਦੇ ਨਾਲ ਘੋੜਾ ਬੰਨ੍ਹ ਕੇ ਆ, ਸਾਹਮਣੇ ਗੁਰੂ ਨਾਨਕ ਸਾਹਿਬ ਅੰਦਰ ਹੋਣਗੇ, ਜਾ ਕੇ ਮਿਲ ਲਾ। ਭਾਈ ਲਹਿਣਾ ਸਾਹਿਬ ਜੀ ਘੋੜਾ ਬੰਨ੍ਹਣ ਲੱਗ ਪਏ। ਜਦੋਂ ਧਰਮਸਾਲ ਦੇ ਅੰਦਰ ਗਏ, ਕੀ ਵੇਖਦੇ, ਸੰਗਤਾਂ ਸਾਹਮਣੇ ਬੈਠੀਆਂ, ਤੇ ਸੰਗਤਾਂ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਬੈਠੇ ਹੋਏ। ਜਾ ਕੇ ਨਮਸਕਾਰ ਕੀਤੀ, ਸੀਸ ਝੁਕਾਇਆ। ਮਹਾਰਾਜ ਤੁਸੀਂ ਤੇ ਆਪ ਗੁਰੂ ਹੋ, ਮੇਰੇ ਘੋੜੇ ਨੂੰ ਫੜ ਕੇ ਅੱਗੇ ਅੱਗੇ ਤੁਰੇ ਆਏ ਸੇਵਕਾਂ ਦੇ ਵਾਂਗ। ਮਹਾਰਾਜ ਮੇਰੇ ਕੋਲੋਂ ਨਰਾਦਰੀ ਹੋ ਗਈ, ਮੈਂ ਉੱਚੀ ਥਾਂ ਤੇ ਬੈਠ ਕੇ ਆਇਆ, ਤੁਸੀਂ ਪੈਦਲ ਚੱਲ ਕੇ ਆਏ। ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕ ਕੇ ਜਦੋਂ ਬੇਨਤੀਆਂ ਕੀਤੀਆਂ, ਕਹਿਣ ਲੱਗੇ ਭਾਈ ਤੁਹਾਡਾ ਨਾਮ ਕੀ ਹੈ? ਗੁਰੂ ਨਾਨਕ ਸਾਹਿਬ ਨੇ ਜਦੋਂ ਪੁੱਛਿਆ ਤੇ ਭਾਈ ਲਹਿਣਾ ਜੀ ਕਹਿਣ ਲੱਗੇ ਸਾਡਾ ਨਾਮ ਹੈ ਭਾਈ ਲਹਿਣਾ। ਤੇ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਕਹਿੰਦੇ ਭਾਈ ਲਹਿਣਿਆ ਜਿਨ੍ਹਾਂ ਨੇ ਲੈਣਾ ਹੁੰਦਾ ਉਹ ਘੋੜੀਆਂ ਤੇ ਹੀ ਆਉਂਦੇ ਨੇ, ਜਿਨ੍ਹਾਂ ਨੇ ਦੇਣਾ ਹੁੰਦਾ ਉਹ ਪੈਦਲ ਚੱਲਦੇ ਨੇ। ਐਸੇ ਬਚਨ ਪਹਿਲੀ ਮੁਲਾਕਾਤ ਵਿੱਚ, ਪਹਿਲੀ ਮਿਲਣੀ ਵਿੱਚ ਹੀ ਮਹਾਰਾਜ ਨੇ ਬਖਸ਼ੇ। ਭਾਵ ਇਹ ਹੈ
ਕਿ ਇਹ ਬੰਦੇ ਦਾ ਮਨ ਜਿਹੜਾ ਹਉਮੈ ਵਿੱਚ ਬੱਧਾ ਹੋਇਆ। ਪਰ ਗੁਰੂ ਨੇ ਸਮਝਾਇਆ ਹੰਕਾਰ ਨੂੰ ਕਿਵੇਂ ਛੱਡਣਾ ਹੈ, ਨਿਮਰਤਾ ਨੂੰ ਕਿਵੇਂ ਰੱਖਣਾ ਹੈ। ਆਪ ਗੁਰੂ ਨੇ, ਆਪ ਪਰਮੇਸ਼ਰ ਨੇ, ਪਰ ਆਪਣੇ ਸਿੱਖ ਦੀ ਸੇਵਾ ਵਿੱਚ ਆਪ ਲੱਗੇ ਹੋਏ ਨੇ, ਆਪ ਸੇਵਾ ਕਰਦੇ ਪਏ। ਨਾਨਕ ਸਤਿਗੁਰ ਮਿਲਿਆ, ਐਸੇ ਗੁਰੂ ਨੂੰ ਜਦੋਂ ਭਾਈ ਲਹਿਣਾ ਸਾਹਿਬ ਜੀ ਵਰਗੇ ਸਿੱਖ ਮਿਲਦੇ ਨੇ, ਹਉਮੈ ਗਈ। ਮਹਾਰਾਜ ਉਹਨਾਂ ਸਿੱਖਾਂ ਦੀ ਹਉਮੈ ਵੀ ਗਵਾ ਦਿੰਦੇ ਨੇ, ਖਤਮ ਕਰ ਦਿੰਦੇ, ਨਿਮਰਤਾ ਦੇ ਦਿੰਦੇ। ਤਾਂ ਸੱਚ ਵਸਿਆ ਮਨ ਆਏ, ਤਾਂ ਜਿਹੜਾ ਸੱਚਾ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਵਸਦਾ ਹੈ। ਸੱਚ ਕਮਾਵੇ ਸੱਚ ਰਹੈ, ਸੱਚੇ ਸੇਵ ਸਮਾਏ। ਜਿਨ੍ਹਾਂ ਨੇ ਸੱਚ ਦੀ ਕਮਾਈ ਕੀਤੀ ਹੈ, ਸੱਚੇ ਸੇਵ ਸਮਾਏ, ਜਿਨ੍ਹਾਂ ਨੇ ਸੱਚੇ ਦੀ ਸੇਵਾ ਵਿੱਚ ਆਪਣੇ ਆਪ ਨੂੰ ਲਾ ਦਿੱਤਾ, ਸੱਚ ਰਹਿ, ਉਹ ਸੱਚ ਸਰੂਪ ਦੇ ਵਿੱਚ ਲਿਵਲੀਨ ਹੋ ਜਾਂਦੇ ਹਨ। ਵਡਹੰਸ ਮਹੱਲਾ ਚੌਥਾ ਘਰ ਪਹਿਲਾ। ਵਡਹੰਸ ਰਾਗ ਦਾ ਨਾਮ ਹੈ। ਇੱਥੇ ਗੁਰੂ ਅਮਰਦਾਸ ਪਾਤਸ਼ਾਹ ਦੇ ਸ਼ਬਦ ਸੰਪੂਰਨ ਹੋਏ ਨੇ। ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀਆਂ ਦਾ ਸ਼ਬਦ ਇੱਥੋਂ ਪ੍ਰਾਰੰਭ ਹੋ ਰਿਹਾ। ਪਹਿਲੇ ਘਰ ਦੇ ਵਿੱਚ ਗਾਉਣ ਦਾ ਹੁਕਮ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਸਾਰੀ ਬਾਣੀ ਗੁਰੂ ਅਰਜਨ ਸਾਹਿਬ ਨੇ ਆਪਣੇ ਹੱਥਾਂ ਨਾਲ ਲਿਖਵਾਈ ਹੈ। ਉਸ ਤੋਂ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਿਖਵਾਈ ਹੈ। ਇਹ ਮੰਗਲਾਚਰਨ ਮਹਾਰਾਜ ਨੇ ਚਾੜਿਆ ਵੀ ਅਕਾਲ ਪੁਰਖ ਇੱਕ ਹੈ, ਪਰਮੇਸ਼ਰ ਇੱਕ ਹੈ, ਉਹਦੀ ਪ੍ਰਾਪਤੀ ਗੁਰੂ ਕਿਰਪਾ ਨਾਲ ਹੁੰਦੀ ਹੈ। ਸੇਜ ਏਕ ਏਕੋ ਪ੍ਰਭ ਠਾਕੁਰ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸੇਜ ਏਕ, ਅੰਤఃਕਰਨ ਹਿਰਦਾ, ਇਹ ਸੇਜਾ ਹੈ ਜਿੱਥੇ ਪ੍ਰਮਾਤਮਾ ਨੇ ਬਿਰਾਜਮਾਨ ਹੋਣਾ ਹੈ। ਸੇਜ ਏਕ, ਇੱਕੋ ਹੀ ਹਿਰਦਾ ਹੈ, ਇੱਕੋ ਪ੍ਰਭ ਠਾਕੁਰ, ਉਹੀ ਪਰਮਾਤਮਾ ਇਸ ਸੇਜਾ ਦੇ ਉੱਪਰ ਬਿਰਾਜਮਾਨ ਹੈ। ਜਿਸ ਨੇ ਸੇਜਾ ਬਣਾਈ ਹੈ, ਅੰਤঃਕਰਨ ਬਣਾਇਆ, ਹਿਰਦਾ ਬਣਾਇਆ, ਉਹੀ ਅਕਾਲ ਪੁਰਖ ਹਿਰਦੇ ਵਿੱਚ ਬਿਰਾਜਮਾਨ ਹੁੰਦੇ ਹਨ। ਗੁਰਮੁਖ ਹਰਿ ਰਾਵੈ ਸੁਖ ਸਾਗਰ। ਜਿਹੜੇ ਗੁਰਮੁਖ ਬਣੇ ਨੇ, ਜਿਨ੍ਹਾਂ ਨੇ ਮੁਖੀ ਗੁਰਾਂ ਕੋਲੋਂ ਉਪਦੇਸ਼ ਲੈ ਲਿਆ, ਗੁਰਮੁਖ ਬਣ ਕੇ ਉਹਨਾਂ ਨੇ ਸੁੱਖਾਂ ਦੇ ਸਾਗਰ ਪਰਮੇਸ਼ਰ ਨੂੰ ਰਾਵੇ ਕਹੀਏ ਮਾਣਿਆ ਹੈ, ਉਹਦੇ ਨਾਮ ਨੂੰ ਉਹਨਾਂ ਨੇ ਚਖਿਆ ਹੈ। ਜਿਹੜੇ ਗੁਰਮੁਖ ਬਣੇ ਨੇ, ਗੁਰੂ ਦਾ ਉਪਦੇਸ਼ ਲੈ ਕੇ ਉਹ ਸੁੱਖਾਂ ਦੇ ਸਾਗਰ ਪਰਮੇਸ਼ਰ ਦੇ ਨਾਮ ਨੂੰ ਮਾਣਦੇ ਨੇ, ਰਸ ਲੈਂਦੇ ਹਨ। ਮੈਂ ਪ੍ਰਭ ਮਿਲਣ ਪ੍ਰੇਮ ਮਨ ਆਸਾ। ਮੈਨੂੰ ਪਰਮਾਤਮਾ ਦੇ ਨਾਲ ਮਿਲਣ ਦੀ ਬੜੀ ਵੱਡੀ ਤਾਂਘ ਹੈ, ਬੜੀ ਵੱਡੀ ਆਸਾ ਹੈ। ਮੈਂ ਪ੍ਰਭ ਮਿਲਣ, ਮੈਂ ਵੀ ਚਾਹੁੰਦਾ ਹਾਂ ਕਿ ਮੈਂ ਪਰਮਾਤਮਾ ਨੂੰ ਮਿਲਾਂ। ਮੇਰੇ ਮਨ ਵਿੱਚ ਪ੍ਰੇਮ ਹੈ, ਬਹੁਤਾ ਪ੍ਰੇਮ ਹੈ ਵੀ ਮਿਲਾਂ। ਮੇਰੇ ਮਨ ਵਿੱਚ ਵੱਡੀ ਆਸ ਹੈ ਵੀ ਕੋਈ ਸਮਾਂ ਮਿਲੇ, ਕੋਈ ਇਹੋ ਜਿਹਾ ਕਰਤੱਵ ਹੋਵੇ ਵੀ ਮੈਨੂੰ ਪਰਮੇਸ਼ਰ ਮਿਲ ਪਵੇ। ਗੁਰ ਪੂਰਾ ਮਿਲਾਵੇ ਮੇਰਾ ਪ੍ਰੀਤਮ, ਹੋ ਵਾਰ ਵਾਰ ਆਪਣੇ ਗੁਰੂ ਕੋ ਜਾਸਾ। ਮੇਰੇ ਤੇ ਪੂਰਾ ਗੁਰੂ ਕਿਰਪਾ ਕਰੇ, ਕਿਉਂਕਿ ਪੂਰੇ ਗੁਰੂ ਬਿਨਾ ਪ੍ਰਾਪਤੀ ਨਹੀਂ ਹੈ। ਅਧੂਰੇ ਤੇ ਬੜੇ ਤੁਰੇ ਫਿਰਦੇ ਦੁਨੀਆ ਤੇ। ਪੂਰੇ ਗੁਰੂ ਮੇਰੇ ਤੇ ਕਿਰਪਾ ਕਰਦੇ ਨਾ, ਮੈਂ ਆਪਣੇ ਗੁਰੂ ਤੋਂ ਵਾਰ-ਵਾਰ ਬਲਿਹਾਰ ਜਾਂਦਾ, ਜਿਸ ਗੁਰੂ ਦੀ ਕਿਰਪਾ ਨਾਲ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਮੈਂ ਅਵਗੁਣ ਭਰਪੂਰ ਸਰੀਰੇ। ਮੇਰਾ ਤੇ ਸਰੀਰ ਅਵਗੁਣਾਂ ਦਾ ਭਰਿਆ ਹੋਇਆ। ਕੈਸੀ ਬਾਤ ਹੈ। ਅਸੀਂ ਜਦੋਂ ਕਿਸੇ ਕੋਲ ਖੜਦੇ ਹਾਂ ਨਾ, ਆਪਣੇ ਗੁਣਾਂ ਦਾ ਵਰਣਨ ਕਰਦੇ, ਮੈਂ ਇੰਨਾ ਚੰਗਾ, ਮੈਂ ਇੰਨਾ ਚੰਗਾ, ਮੇਰੇ ਵਿੱਚ ਆਹ ਗੁਣ, ਮੇਰੇ ਵਿੱਚ ਆਹ ਗੁਣ। ਆਪਣੇ ਅਵਗੁਣ ਨੂੰ ਵੀ ਗੁਣ ਬਣਾ ਕੇ ਦੱਸੀਦਾ ਦੂਜੇ ਨੂੰ ਵੀ ਮੈਂ ਤੇ ਬੜਾ ਚੰਗਾ ਹਾਂ। ਪਰ ਇੱਥੇ ਮਹਾਰਾਜ ਉਲਟਾ ਬਚਨ ਕਰ ਰਹੇ ਨੇ, ਕਹਿਣ ਲੱਗੇ ਮੈਂ ਅਵਗੁਣ ਭਰਪੂਰ ਸਰੀਰੇ। ਮੇਰੇ ਸਰੀਰ ਦੇ ਵਿੱਚ ਤੇ ਅਵਗੁਣ ਹੀ ਅਵਗੁਣ ਭਰੇ ਪਏ ਨੇ। ਜਿੰਨਾ ਚਿਰ ਸਾਨੂੰ ਬਿਮਾਰੀ ਦਾ ਪਤਾ ਨਹੀਂ ਲੱਗੇਗਾ, ਇਲਾਜ ਨਹੀਂ ਹੋਵੇਗਾ। ਬਿਮਾਰੀ ਲੱਭੇਗੀ, ਇਲਾਜ ਤਾਂ ਚੱਲਣਾ। ਜਿੰਨਾ ਚਿਰ ਸਾਨੂੰ ਇਹ ਨਾ ਵੀ ਮੇਰੇ ਵਿੱਚ ਗੁਣ ਨੇ, ਫਿਰ ਅਸੀਂ ਲੈਣਾ ਹੀ ਕਿਸੇ ਤੋਂ ਕੀ ਹੈ। ਫਿਰ ਤੇ ਮੇਰੇ ਵਿੱਚ ਗੁਣ ਹੈ ਹੀ। ਲੈਣਾ ਉਦੋਂ ਹੈ ਜਦੋਂ ਪਤਾ ਲੱਗੇਗਾ ਵੀ ਨਹੀਂ, ਮੇਰੇ ਵਿੱਚ ਗੁਣ ਨਹੀਂ, ਮੇਰੇ ਵਿੱਚ ਅਵਗੁਣ ਨੇ। ਮੈਂ ਇਹਨਾਂ ਅਵਗੁਣਾਂ ਨੂੰ ਛੱਡਣਾ ਹੈ। ਸਾਂਝ ਕਰੀਜੈ ਗੁਣ ਹੈ ਕੇਰੀ, ਛੋੜੇ ਅਵਗੁਣ ਚੱਲੀਏ। ਜਦੋਂ ਇਹ ਸਮਝ ਆ ਗਈ ਵੀ ਮੇਰੇ ਵਿੱਚ ਅਵਗੁਣ ਨੇ, ਤਾਂ ਤੂੰ ਪ੍ਰਾਪਤੀ ਵਾਲਾ ਬਣੇਗਾ। ਫਰੀਦਾ ਗੁਣਾ ਹੀ ਭਰਿਆ ਮੈਂ ਫਿਰਾਂ, ਗੁਨਾਹਾਂ ਦਾ ਮੈਂ ਭਰਿਆ ਹੋਇਆ। ਐਬ ਮੇਰੇ ਵਿੱਚ ਨੇ, ਪਾਪ ਮੇਰੇ ਵਿੱਚ ਨੇ। ਗੁਣਾ ਹੀ ਤੋਂ ਭਾਵ ਗੁਨਾਹ, ਮੈਂ ਗੁਨਾਹਾਂ ਦਾ ਭਰਿਆ ਹੋਇਆ।
ਸਤਿਗੁਰੂ ਪਾਤਸ਼ਾਹ ਕਹਿ ਰਹੇ ਨੇ, ਮੈਂ ਅਵਗੁਣ ਭਰਪੂਰ ਸਰੀਰੇ, ਮੇਰੇ ਸਰੀਰ ਵਿੱਚ ਅਵਗੁਣ ਹੀ ਅਵਗੁਣ ਭਰੇ ਹੋਏ, ਬਹੁਤੇ ਅਵਗੁਣ ਭਰੇ ਹੋਏ ਹਨ। ਹਉ ਕਿਉ ਕਰ ਮਿਲਾਂ ਆਪਣੇ ਪ੍ਰੀਤਮ ਪੂਰੇ। ਹੁਣ ਪਰਮਾਤਮਾ ਪੂਰੇ ਪਰਮਾਤਮਾ ਨੂੰ ਮਿਲਾਂਗਾ ਕਿਵੇਂ? ਕਿਉਂਕਿ ਉਹ ਮਿਲਦਾ ਗੁਣਾਂ ਦੇ ਨਾਲ, ਤੇ ਮੇਰੇ ਵਿੱਚ ਨੇ ਅਵਗੁਣ। ਕਿਉਂ ਕਰ ਮਿਲਾਂ, ਹਉ ਕਿਉਂ ਕਰ ਮਿਲਾਂ, ਮੈਂ ਕਿਵੇਂ ਮਿਲਾਂ ਆਪਣੇ ਪ੍ਰੀਤਮ ਪੂਰੇ, ਆਪਣੇ ਪਿਆਰੇ ਪਰਮਾਤਮਾ ਨੂੰ ਕਿਵੇਂ ਮਿਲਾਂਗਾ? ਕਿਉਂਕਿ ਮੇਰੇ ਵਿੱਚ ਗੁਣ ਕੋਈ ਨਹੀਂ, ਅਵਗੁਣ ਹਨ। ਜਿਨ ਗੁਣਵੰਤੀ ਮੇਰਾ ਪ੍ਰੀਤਮ ਪਾਇਆ। ਜਿਨ੍ਹਾਂ ਗੁਣ ਵਾਲੀਆਂ ਨੇ, ਗੁਣ ਵਾਲੀਆਂ ਜੀਵ ਇਸਤਰੀਆਂ ਨੇ ਪਰਮੇਸ਼ਰ ਨੂੰ ਪਾਇਆ। ਜਿਨ੍ਹਾਂ ਸਾਧੂਆਂ ਨੇ, ਮਹਾਤਮਾ ਨੇ, ਗੁਰਮੁਖਾਂ ਨੇ, ਨਾਮ ਜਪਣ ਵਾਲਿਆਂ ਨੇ ਉਸ ਪਰਮੇਸ਼ਰ ਨੂੰ ਪਾਇਆ ਹੈ। ਜੇ ਮੈਂ ਗੁਣ ਨਹੀਂ, ਹਉ ਕਿਉ ਮਿਲਾਂ ਮੇਰੀ ਮਾਇਆ। ਮੇਰੇ ਵਿੱਚ ਉਹ ਗੁਣ ਨਹੀਂ। ਐ ਮੇਰੀ ਮਾਤਾ, ਐ ਮੇਰੀ ਮਾਂ, ਐ ਮੇਰੇ ਬਾਪ, ਐ ਮੇਰੇ ਭਾਈ, ਐ ਮੇਰੇ ਦੋਸਤ ਮਿੱਤਰ, ਮੈਂ ਕਿਵੇਂ ਮਿਲਾਂ? ਕਿਉਂਕਿ ਮਹਾਤਮਾ ਦੇ ਕੋਲ ਤੇ ਗੁਣ ਸਨ, ਸਾਧੂਆਂ ਦੇ ਕੋਲ ਗੁਣ ਸਨ, ਤੇ ਉਹਨਾਂ ਨੇ ਰੱਬ ਨੂੰ ਪਾ ਲਿਆ। ਪਰ ਮੇਰੇ ਵਿੱਚ ਉਹ ਗੁਣ ਨਹੀਂ। ਹਉ ਕਿਉਂ ਕਰ ਮਿਲਾਂ, ਮੈਂ ਕਿਵੇਂ ਮਿਲਾਂਗਾ? ਮੈਨੂੰ ਤਰੀਕਾ ਦੱਸ ਦਿਓ ਵੀ ਅਵਗੁਣ ਹੋਣ ਤੇ ਬੰਦਾ ਰੱਬ ਨੂੰ ਕਿਵੇਂ ਮਿਲੇ। ਉਹ ਮੈਨੂੰ ਤਰੀਕਾ ਦੱਸੋ ਵੀ ਮੈਂ ਉਹਨੂੰ ਕਿਵੇਂ ਪਾ ਸਕਦਾ ਹਾਂ। ਹਉ ਕਰ ਕਰ ਥਾਕਾ ਉਪਾਅ ਬਹੁ ਤੇਰੇ। ਮੈਂ ਬੜੇ ਉਪਾਅ ਕੀਤੇ ਨੇ, ਯਤਨ ਮੈਂ ਬੜੇ ਕੀਤੇ ਨੇ। ਜਿਵੇਂ ਜਿਵੇਂ ਕਿਸੇ ਨੇ ਦੱਸਿਆ ਨਾ ਵੀ ਆਹ ਉਪਾਅ ਕਰ, ਆਹ ਯਤਨ ਕਰ, ਆਹ ਮਰਿਆਦਾ ਕਰ, ਕੀਤੇ ਤੇ ਬੜੇ ਨੇ। ਹਉ ਕਰ ਕਰ ਥਾਕਾ, ਮੈਂ ਤੇ ਥੱਕ ਗਿਆ ਕਰ ਕਰਕੇ। ਕਿਸੇ ਨੇ ਆਖਿਆ ਚੜ੍ਹਦੇ ਨੂੰ ਮੂੰਹ ਕਰਕੇ ਨਮਸਕਾਰ ਕਰ, ਕਿਸੇ ਨੇ ਆਖਿਆ ਲਹਿੰਦੇ ਨੂੰ ਮੂੰਹ ਕਰਕੇ ਨਮਸਕਾਰ ਕਰ, ਕਿਸੇ ਨੇ ਆਖਿਆ ਇੱਧਰ ਜਾ, ਕਿਸੇ ਨੇ ਆਖਿਆ ਇਹ ਦਾਨ ਕਰ, ਕਿਸੇ ਨੇ ਆਖਿਆ ਉਹ ਪੁੰਨ ਕਰ, ਕਿਸੇ ਨੇ ਆਖਿਆ ਯਾਤਰਾ ਕਰ। ਹਉ ਕਰ ਕਰ ਥਾਕਾ, ਮੈਂ ਤੇ ਕਰ ਕਰਕੇ ਥੱਕ ਗਿਆ, ਹੰਭ ਗਿਆ। ਉਪਾਵ ਬਹੁਤ ਤੇਰੇ, ਉਪਾਅ ਕਰਦਿਆਂ, ਯਤਨ ਕਰਦਿਆਂ ਹੋਇਆ, ਪਰ ਮੇਰੇ ਸਾਰੇ ਯਤਨ ਨਿਸਫਲ ਚਲੇ ਗਏ, ਕਿਉਂਕਿ ਮੈਨੂੰ ਹਾਲੇ ਉਹ ਮਿਲਿਆ ਨਹੀਂ ਹੈ। ਨਾਨਕ ਗਰੀਬ ਰਾਖੋ ਹਰ ਮੇਰੇ। ਪਰ ਕੀ ਹੋਵੇਗਾ? ਬੇਨਤੀ ਕਰਨੀ ਪਵੇਗੀ। ਐ ਗੁਰੂ ਨਾਨਕ ਦੇ ਪਾਤਸ਼ਾਹ ਜੀ, ਮੈਂ ਅਵਗੁਣਾਂ ਦਾ ਭਰਿਆ ਹੋਇਆ, ਮੇਰੇ ਵਿੱਚ ਗੁਣ ਕੋਈ ਨਹੀਂ। ਮੈਂ ਤੇਰੀ ਸ਼ਰਨ ਵਿੱਚ ਆਇਆ, ਮੈਨੂੰ ਗਰੀਬ ਜਾਣ ਕੇ, ਮੈਨੂੰ ਸੇਵਕ ਜਾਣ ਕੇ, ਮੈਨੂੰ ਦਾਸ ਜਾਣ ਕੇ, ਮੈਨੂੰ ਨਿਕੰਮਾ ਜਾਣ ਕੇ ਰੱਖ ਲਾ। ਮਿਹਰ ਕਰ ਮੇਰੇ ਤੇ, ਕਿਰਪਾ ਕਰ, ਇਹ ਬੇਨਤੀ ਕਰ, ਤਾਂ ਉਹਦੀ ਪ੍ਰਾਪਤੀ ਹੁੰਦੀ ਹੈ। ਵਡਹੰਸ ਮਹਲਾ ਚੌਥਾ। ਮੇਰਾ ਹਰ ਪ੍ਰਭ ਸੁੰਦਰ, ਮੈਂ ਸਾਰ ਨਾ ਜਾਣੀ। ਉਹ ਪਰਮੇਸ਼ਰ ਬਹੁਤ ਸੁੰਦਰ ਹੈ, ਉਹਦੀ ਸੁੰਦਰਤਾ ਹੀ ਵਰਣਨ ਨਹੀਂ ਕੀਤੀ ਜਾ ਸਕਦੀ। ਸੁੰਦਰ ਸਰੂਪ ਹੋ ਕੇ ਰੂਪ ਹੂੰ ਕੇ ਰੂਪ ਹੋ, ਇੰਨਾ ਸੁੰਦਰ ਹੈ, ਉਹਦੇ ਸੁੰਦਰ ਸਰੂਪ ਦਾ ਵਰਣਨ ਨਹੀਂ ਕੀਤਾ ਜਾ ਸਕਦਾ। ਕਿਸੇ ਨੂੰ ਖੁਦਾ ਦੇ ਦਰਸ਼ਨ ਹੋਏ ਤੇ ਖੁਦਾ ਦੇ ਦਰਸ਼ਨ ਕਰਦਿਆਂ ਉਹਦੇ ਮੂੰਹ ਵਿੱਚ ਨਿਕਲਿਆ ਅੱਲਾ, ਇੰਨਾ ਸੁੰਦਰ। ਅੱਜ ਉਸ ਨਾਮ ਨੂੰ ਦੁਨੀਆ ਜਪਦੀ ਪਈ ਹੈ, ਅੱਜ ਦੁਨੀਆ ਅੱਲਾ ਅੱਲਾ ਕਰਦੀ ਪਈ ਹੈ। ਭਾਵ ਬਹੁਤ ਸੁੰਦਰ ਹੈ, ਜਿਹਨੂੰ ਵੇਖ ਕੇ ਕੋਈ ਸ਼ਬਦ ਨਾ ਔੜੇ, ਇੰਨਾ ਉਹ ਸੁੰਦਰ ਹੈ। ਪਾਤਸ਼ਾਹ ਕਹਿਣ ਲੱਗੇ ਕਿ ਉਹ ਪਰਮਾਤਮਾ ਜਿਹੜਾ ਭਾਈ, ਮੇਰਾ ਹਰ ਪ੍ਰਭ ਸੁੰਦਰ, ਮੈਂ ਸਾਰ ਨਾ ਜਾਣੀ। ਹੈ ਬੜਾ ਸੋਹਣਾ, ਪਰ ਮੈਨੂੰ ਉਹਦੀ ਕਦਰ ਹੀ ਨਹੀਂ ਸੀ ਵੀ ਉਹ ਇੰਨਾ ਸੋਹਣਾ, ਮੈਂ ਸਮਝ ਨਹੀਂ ਸਕਿਆ। ਹਾਂ ਹਉ ਹਰ ਪ੍ਰਭ ਛੋੜ ਦੂਜੈ ਲੋਭਾਣੀ। ਮੈਂ ਆਖਿਆ ਰੱਬ ਬੜਾ ਸੋਹਣਾ ਹੋਵੇਗਾ ਤੇ ਮੈਂ ਕੀ ਲੈਣਾ, ਮੈਂ ਰੱਬ ਨੂੰ ਛੱਡ ਦਿੱਤਾ ਤੇ ਦੂਜੇ ਕੰਮਾਂ ਵਿੱਚ ਮੈਂ ਲੋਭ ਪਾ ਲਿਆ ਵੀ ਆਹ ਵੀ ਲੈ ਲਵਾਂ, ਆਹ ਵੀ ਲੈ ਲਵਾਂ। ਦੁਨੀਆ ਦੀਆਂ ਗੱਲਾਂ, ਦੁਨੀਆ ਦੇ ਪਦਾਰਥ